सतनाम वाहिगुरु साहिब जी। ठाकुर तुम शरणाई आया, उतर गयो मेरे मन का संसार। जब ते दर्शन पाया, बिखै बन फीका त्याग री सखिए। नाम महारस पियो, बिन रस चाखे बुढ़ गई सगली। सुखी न होवत जियो, मान महत ना सकत ही काई। सादा दासी छियो, नानक से दर सुहबावंते। जो प्रभ अपने कीयो। तू ठाकुरो बैरागुरो, मैं जेही कण चेरी राम। तू सागरो रतनागरो, हौ सार न जाना तेरी राम। बेसुमार था अगनत अतुलै, जो बुलावो त्यो नानक दास बोले। सतनाम वाहिगुरु साहिब जी। कबीर मुक्त द्वारा संकुरा, राई दसैं भाय। मन तो मैगुलो होए रह्यो, निकसो क्यों कह जाय। कबीर ऐसा सतगुर जे मिलै, तुठा करे पसाओ। मुकत द्वारा मोकला, सहजे आवो जाओ। कबीर ना मोह शान ना शापरी, ना मोहे घर नहीं गाओ। मत हर पूछे कौन है, मेरे जात ना नाओ। कबीर मोहे मरने का चाओ है, मरो ता हर के द्वार। मत हर पूछे कौन है, परा हमारे बार। मत हर पूछे कौन है, परा हमारे बार। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज पतित पावन भगत वछल कृपा निध सतगुरु श्री गुरु ग्रंथ साहिब जी दीन दयाल पातशाह जिन्हां दी अपार मेहरामत है, दया बख्शिश है,
ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਗੁਰਸਿੱਖੀ ਜੀਵਨ ਦੀ ਸਾਧਨਾ ਨੂੰ ਧਾਰਨ ਕਰਦਿਆਂ ਗੁਰਬਾਣੀ ਦੇ ਨਿਰਮਲ ਉਪਦੇਸ਼ ਅਨੁਸਾਰ ਆਪਣੇ ਅਧਿਆਤਮਿਕ ਜੀਵਨ ਦੀ ਸਫਲਤਾ ਨੂੰ ਪ੍ਰਾਪਤ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਮਿਹਰਾਮਤ ਨੂੰ, ਸਤਿਗੁਰੂ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੁਆਰਾ ਮਾਨਣ ਦਾ, ਪ੍ਰਾਪਤ ਕਰਨ ਦਾ ਯਤਨ ਕਰ ਰਹੇ ਸੀ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਤਿਨਾਂ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਆਖਿਆ ਸਰਵਣ ਕਰਕੇ ਗੁਰੂ ਬਖਸ਼ਿਸ਼ ਨੂੰ ਮਾਣ ਰਹੇ ਹੋ ਜੀ। ਪਾਵਨ ਸ਼ਲੋਕਾਂ ਦੀ ਲੜੀਵਾਰ ਕਥਾ ਦੇ ਨਾਲ ਵਿਚਾਰ ਰੂਪ ਦੇ ਵਿੱਚ ਜੁੜਨ ਦਾ ਯਤਨ ਕਰੀਏ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਮੁਕਤ ਦੁਆਰਾ ਸੰਕੁਰਾ, ਰਾਈ ਦਸੈਂ ਪਹਾਏ। ਭਗਤ ਕਬੀਰ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਸਾਨੂੰ ਪਿਛਲੇ ਸ਼ਲੋਕਾਂ ਦੇ ਵਿੱਚ ਭਗਤ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਕੇਵਲ ਤੀਰਥਾਂ ਦੇ ਭਰਮਣ ਦੇ ਨਾਲ, ਤੀਰਥਾਂ ਦੇ ਇਸ਼ਨਾਨ ਦੇ ਨਾਲ ਮਨੁੱਖ ਦਾ ਕਲਿਆਣ ਸੰਭਵ ਨਹੀਂ ਹੈ। ਉਸ ਨੂੰ ਤੀਰਥਾਂ ਦੇ ਯਾਤਰਾ ਤੋਂ ਅਗਲੇ ਅਰਥ ਵੀ ਗ੍ਰਹਿਣ ਕਰਨ ਦੀ ਲੋੜ ਹੈ ਤਾਂ ਕਿ ਉਹ ਆਪਣੇ ਮਨ ਦੇ ਤਲ 'ਤੇ ਗਿਆਨ ਦੀ, ਭਗਤੀ ਦੀ ਸਾਧਨਾ ਕਰਕੇ ਆਪਣੇ ਜੀਵਨ ਨੂੰ ਸਾਰੇ ਬੰਧਨਾਂ ਤੋਂ ਮੁਕਤ ਕਰ ਸਕੇ ਅਤੇ ਆਪਣੇ ਜੀਵਨ ਨੂੰ ਬਿਲਕੁਲ ਨਿਰਮਲ ਕਰ ਲਵੇ। ਤਾਂ ਇਸੇ ਪ੍ਰਕਾਰ ਆਪਣੇ ਜਾਤ, ਆਪਣੇ ਹੋਰ ਸਭ ਪ੍ਰਕਾਰ ਦੇ ਹੰਕਾਰ, ਗਰਭ ਆਦਿਕ ਛੱਡ ਕੇ ਜਿਹੜਾ ਜੀਵਨ ਹਲਦੀ ਦੀ ਨਿਆਈ ਪੀਲੇਪਣ ਵਾਲਾ ਹੈ, ਜਿਹੜਾ ਮਨ ਵਿਕਾਰਾਂ ਦੇ ਸਹਿਤ ਪੀਲੇਪਣ ਵਾਲਾ ਹੈ, ਜਦੋਂ ਇਹਨੂੰ ਭਗਤੀ ਦੇ ਸਫੈਦ ਰੰਗ ਦੇ ਨਾਲ ਮਿਲਾ ਦਿੱਤਾ ਜਾਂਦਾ ਹੈ ਤਾਂ ਇਹਦਾ ਪੀਲਾਪਣ ਜਾਂਦਾ ਰਹਿੰਦਾ। ਭਾਵ ਕਿ ਭਗਤੀ ਮਾਰਗ ਦੇ ਉੱਪਰ ਕਦਮ ਰੱਖਣ ਦੇ ਨਾਲ ਸਾਡਾ ਜੀਵਨ ਦਿਨ ਬਾ ਦਿਨ ਨਿਰਮਲ ਹੁੰਦਾ ਜਾਂਦਾ ਅਤੇ ਆਖਰ ਸ਼ੁੱਧ ਸਰੂਪ ਹੋ ਕੇ ਆਪਣੇ ਪਰਮ ਸਰੂਪ ਦੇ ਵਿੱਚ ਅਸੀਂ ਅਭੇਦ ਹੋ ਜਾਂਦੇ ਹਾਂ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਮੁਕਤ ਦੁਆਰਾ ਸੰਕੁਰਾ, ਰਾਈ ਦਸੈਂ ਪਾਏ। ਸੰਸਾਰ ਦੇ ਵਿੱਚ ਹਰੇਕ ਪ੍ਰਾਣੀ ਕਿਸੇ ਹੱਲ ਦੀ, ਕਿਸੇ ਛੁਟਕਾਰੇ ਦੀ, ਕਿਸੇ ਨਿਵਾਰਨ ਵਾਲੀ ਸਥਿਤੀ ਦੀ ਤਲਾਸ਼ ਉਦੋਂ ਕਰਦਾ ਹੈ ਜਦੋਂ ਕਿਸੇ ਸਥਿਤੀ ਦੇ ਵਿੱਚ ਕਿਸੇ ਵਿਪਰੀਤ ਢੰਗ ਦੇ ਨਾਲ ਫਸ ਜਾਵੇ। ਇਸੇ ਪ੍ਰਕਾਰ ਪੰਛੀ ਇੱਕ ਪਿੰਜਰੇ ਦੇ ਵਿੱਚ ਕੈਦ ਹੋ ਜਾਏ, ਉਦੋਂ ਉਹ ਜ਼ੋਰ ਦੇ ਨਾਲ ਪਰ ਆਪਣੇ ਫੜ ਫੜਾਉਂਦਾ ਹੈ ਕਿਉਂਕਿ ਉਹਨੂੰ ਪਤਾ ਲੱਗ ਗਿਆ ਹੈ ਕਿ ਮੈਂ ਪਿੰਜਰੇ ਦੇ ਵਿੱਚ ਕੈਦ ਹੋ ਗਿਆ ਹਾਂ। ਇਸੇ ਪ੍ਰਕਾਰ ਸੰਸਾਰ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਹਾਲਤ ਦੀ ਗੱਲ ਕਰ ਲਈ ਜਾਵੇ, ਜੇ ਜੀਵ ਨੂੰ ਇਹ ਆਭਾਸ ਹੈ ਕਿ ਮੈਂ ਕਿਸੇ ਸਥਿਤੀ ਦੇ ਵਿੱਚ ਜਿਹੜੀ ਮੇਰੇ ਜੀਵਨ ਦੇ ਅਨੁਕੂਲ ਨਹੀਂ ਹੈ, ਉਹਦੇ ਵਿੱਚ ਫਸਿਆ ਹੋਇਆ ਹਾਂ, ਤਾਂ ਉਹਦੇ ਤੋਂ ਬਾਹਰ ਨਿਕਲਣ ਦਾ ਜਾਂ ਉਹਦੇ ਤੋਂ ਛੁਟਕਣ ਦਾ ਯਤਨ ਕਰਨਾ ਹੈ। ਤਾਂ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਉਹ ਆਮ ਅਸੀਂ ਆਲੇ ਦੁਆਲੇ 'ਚ ਦੇਖਦੇ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਅੱਜ ਦੇ ਸ਼ਲੋਕ ਦੁਆਰਾ ਬਖਸ਼ਿਸ਼ ਕਰਦੇ ਹਨ। ਕਬੀਰ ਮੁਕਤ ਦੁਆਰਾ ਸੰਕੁਰਾ। ਹੁਣ ਮਨੁੱਖੀ ਜੀਵਨ ਜੇ ਪਹਿਲਾਂ ਜਾਗਿਆ ਹੋਣਾ ਚਾਹੀਦਾ। ਜਾਗੇ ਹੋਣ ਦਾ ਮਤਲਬ ਕੀ ਹੈ ਕਿ ਮਨੁੱਖ ਨੂੰ ਤਮਾਮ ਸੋਝੀ ਹੋਵੇ, ਆਪਣੇ ਮਨ ਦੇ ਬਾਰੇ ਪੂਰਾ ਗਿਆਨ ਹੋਵੇ ਕਿ ਜਿਹੜਾ ਮੇਰਾ ਮਨ ਹੈ ਕਿਸ ਦਿਸ਼ਾ ਵੱਲ ਕਿਵੇਂ ਭੱਜਦਾ ਹੈ, ਮਨ ਦੇ ਉੱਪਰ ਵਾਸ਼ਨਾ ਦਾ ਕਿਹੜਾ ਪੱਧਰ ਜ਼ਿਆਦਾ ਸਵਾਰ ਹੈ, ਮਨ ਸੰਸਾਰ ਦਾ ਕਿੰਨਾ ਕੁ ਆਕਰਸ਼ਣ ਰੱਖਦਾ ਹੈ, ਅਤੇ ਨਾਲ ਹੀ ਮਨ ਨੂੰ ਆਪਣੇ ਜੋਤ ਸਰੂਪ ਦੀ ਜਾਂ ਆਪਣੇ ਨਿਰਮਲ ਸਰੂਪ ਦੀ ਕਿੰਨੀ ਕੁ ਪਹਿਚਾਣ ਹੈ, ਇਸ ਗੱਲ ਦਾ ਸਾਰਾ ਤਮਾਮ ਗਿਆਨ ਹੋਣਾ। ਉਸ ਤੋਂ ਬਾਅਦ ਆਪਣੇ ਮਨੁੱਖਾ ਜੀਵਨ ਦੇ ਅਰਥਾਂ ਦੀ ਦੀਰਘ ਸੋਝੀ ਹੋਣੀ,
ਤੇ ਉਸ ਅਰਥ ਦੀ ਪ੍ਰਾਪਤੀ ਦੇ ਲਈ ਯਤਨ ਕਰਨਾ ਇਹ ਪਹਿਲੇ ਪੱਧਰ 'ਤੇ ਮਨੁੱਖ ਦੇ ਜਾਗੇ ਹੋਣ ਦੇ ਲਈ ਜ਼ਰੂਰੀ ਹੈ। ਹੁਣ ਇਸ ਦੇ ਜਾਗਣ ਲਈ ਵੀ ਮਨੁੱਖ ਨੂੰ ਸਤ ਸੰਗਤ ਦਾ ਅਭਿਆਸ ਚਾਹੀਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੁਕਤ ਦੁਆਰਾ ਸੰਕੁਰਾ, ਕਿਸੇ ਚੀਜ਼ ਤੋਂ ਛੁੱਟਣਾ ਹੋਵੇ ਜਿਹਦੀ ਵਿਪਰੀਤ ਸਥਿਤੀ ਵਿੱਚ ਫਸ ਜਾਈਏ ਤਾਂ ਉਹਨੂੰ ਮੁਕਤੀ ਕਿਹਾ ਜਾਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੁਆਰਾ ਸੰਕੁਰਾ, ਮੁਕਤੀ ਦਾ ਦੁਆਰਾ ਬੜਾ ਭੀੜਾ ਹੈ, ਬੜਾ ਬਾਰੀਕ ਹੈ, ਬੜਾ ਸੂਖਮ ਕਿਹਾ ਜਾਂਦਾ ਹੈ। ਤਾਂ ਇਸੇ ਪ੍ਰਕਾਰ ਕਹਿੰਦੇ ਇਸ ਤਰ੍ਹਾਂ ਦਾ ਕਿਹਾ ਜਾਂਦਾ ਹੈ, ਰਾਈ ਦਸਵੇਂ ਪਾਏ, ਜਿਵੇਂ ਰਾਈ ਦੇ ਦਾਣੇ ਦਾ 10ਵਾਂ ਹਿੱਸਾ ਹੋਵੇ ਇੰਨਾ ਬਰੀਕ ਕਿਹਾ ਜਾਂਦਾ ਹੈ। ਅੱਗੇ ਬਖਸ਼ਿਸ਼ ਕਰਦੇ ਹਨ, ਮਨ ਤਉ ਮੈਗਲ ਹੋਏ ਰਹਿਓ, ਨਿਕਸੋ ਕਿਉ ਕਹਿ ਜਾਏ। ਪਰ ਦੁਆਰਾ ਮੁਕਤੀ ਦਾ ਰਾਈ ਦੇ ਦਾਣੇ ਜਿੰਨਾ ਬਰੀਕ ਹੈ ਪਰ ਮਨ ਹਾਥੀ ਵਰਗਾ ਹੋਇਆ ਪਿਆ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਸ ਦੁਆਰੇ ਦੇ ਵਿੱਚੋਂ ਕਿਵੇਂ ਲੰਘਿਆ ਜਾ ਸਕੇਗਾ, ਇਹ ਗੱਲ ਕਿਵੇਂ ਬਣ ਸਕੇਗੀ। ਹੁਣ ਇਸ ਸ਼ਲੋਕ ਨੂੰ ਵਿਚਾਰ ਦੇ ਨੁਕਤੇ ਤੋਂ ਵਿੱਚ ਸਮਝਣ ਦਾ ਗੁਰੂ ਕਿਰਪਾ ਸਦਕਾ ਯਤਨ ਕਰੀਏ। ਸਭ ਤੋਂ ਪਹਿਲਾਂ ਮਨੁੱਖ ਨੂੰ ਇਹ ਦ੍ਰਿੜ ਹੋਣਾ ਚਾਹੀਦਾ ਹੈ ਕਿ ਮੇਰਾ ਜੀਵਨ ਕਿਸੇ ਪਾਵਨਤਾ ਦੇ ਵਿੱਚੋਂ ਪੈਦਾ ਹੋਇਆ ਅਤੇ ਮੈਂ ਜੋਤ ਰੂਪ ਕਰਕੇ ਇਸ ਸਰੀਰ ਦੇ ਵਿੱਚ ਆ ਟਿਕਿਆ। ਸਾਨੂੰ ਜੀਵਨ ਦਾ ਪਹਿਲਾ ਅਰਥ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਜੋਤ ਸਰੂਪ ਹਾਂ ਅਤੇ ਸਾਡੀ ਜੋਤ ਸਰੂਪ ਨੂੰ ਸਾਡੀ ਦੇਹ ਦੇ ਵਿੱਚ ਵਿਦਮਾਨ ਕਰਕੇ ਅਕਾਲ ਪੁਰਖ ਨੇ ਪ੍ਰਾਣਾਂ ਦੀ ਅਹੁਦ ਬਖਸ਼ਿਸ਼ ਕਰਕੇ ਆਪਣਾ ਚੇਤਨ ਸਰੂਪ ਬਖਸ਼ਿਸ਼ ਕਰਕੇ ਇਸ ਸਰੀਰ ਦੇ ਵਿੱਚ ਭੇਜਿਆ ਹੈ। ਇਸ ਕਰਕੇ ਸਾਡੇ ਜੀਵਨ ਦਾ ਪਹਿਲਾ ਤੱਤ ਹੈ ਸਾਡੀ ਆਤਮ ਜੋਤ, ਦੂਜਾ ਤੱਤ ਹੈ ਸਾਡਾ ਪ੍ਰਾਣ, ਤੀਜਾ ਤੱਤ ਹੈ ਸਾਡੀ ਦੇਹ ਜਿਹਦੇ ਵਿੱਚ ਚੇਤਨਾ ਅਤੇ ਪ੍ਰਾਣ ਸਫੁਰ ਹੁੰਦੇ ਹਨ। ਇਸ ਪ੍ਰਕਾਰ ਪਹਿਲੇ ਪੱਧਰ 'ਤੇ ਇਹ ਪਛਾਣ। ਫਿਰ ਉਸ ਤੋਂ ਬਾਅਦ ਜਦੋਂ ਜੀਵਨ ਆਰੰਭ ਹੋਇਆ ਹੈ, ਜੀਵਨ ਦੇ ਆਰੰਭ ਵਿੱਚ ਮਨੁੱਖ ਦੇ ਅੰਦਰ ਜੋਤ ਰੂਪ ਦਾ ਪ੍ਰਕਾਸ਼ ਬਿਲਕੁਲ ਸਪਸ਼ਟ ਹੁੰਦਾ ਹੈ। ਪਰ ਸਮੇਂ-ਸਮੇਂ 'ਤੇ ਮਨੁੱਖ ਦੇ ਜਦੋਂ ਆਪਣੇ ਆਤਮ ਸਰੂਪ ਤੋਂ ਨਿਵਾਣ ਵੱਲ ਆਈ ਜਾਂਦਾ ਹੈ, ਜਦੋਂ ਮਨੁੱਖ ਆਪਣੇ ਆਤਮ ਸਰੂਪ ਨੂੰ ਛੱਡ ਜਾਂਦਾ। ਆਤਮ ਸਰੂਪ ਨੂੰ ਛੱਡਣ ਦਾ ਮਤਲਬ ਕੀ ਹੈ? ਸਰਲ ਜਿਹਾ ਪ੍ਰਮਾਣ ਆਪਦੇ ਸਨਮੁਖ ਰੱਖਾਂ। ਬੱਚੇ ਦੇ ਅੰਦਰ ਅਜੇ ਸੰਸਾਰ ਨੇ ਦਖਲ ਨਹੀਂ ਦਿੱਤਾ, ਤਾਂ ਬੱਚੇ ਦੇ ਸੰਸਾਰ ਵਿੱਚ ਵਿਕਾਰ ਪਏ ਨੇ ਪਰ ਬੱਚੇ ਨੂੰ ਕੋਈ ਬੋਧ ਨਹੀਂ ਹੈ ਅਤੇ ਨਾ ਬੱਚੇ ਦੀ ਉਹਦੇ ਵੱਲ ਭੱਜ ਦੌੜ ਹੈ। ਉਹ ਹੈ ਵੀ ਨੇ ਪਰ ਨਾ ਉਹਦੇ ਅੰਦਰ ਆਪਣੇ ਨਾ ਹੋਣ ਕਰਕੇ ਕੋਈ ਭੱਜ ਦੌੜ ਨਹੀਂ ਹੈ। ਬੱਚਾ ਵਿਕਾਰਾਂ ਤੋਂ ਬਿਲਕੁਲ ਅਲੇਪ ਹੈ। ਬੱਚੇ ਦੇ ਅੰਦਰ ਅਜੇ ਦਵੈਤ ਨੇ ਦਖਲ ਨਹੀਂ ਦਿੱਤਾ, ਮਤਲਬ ਆਪਣੇ ਆਤਮ ਸਰੂਪ ਵਿੱਚ ਹੈ ਉਹ, ਅਤੇ ਉਸ ਦਵੈਤ ਦੇ ਨਾ ਦਖਲ ਹੋਣ ਕਰਕੇ ਬੱਚੇ ਦੇ ਲਈ ਅਜੇ ਕਿਸੇ ਪ੍ਰਕਾਰ ਦੀ ਵੰਡ ਨਹੀਂ ਪੈਦਾ ਹੋਈ। ਮੇਰਾ ਆਪਣਾ, ਬਗਾਨਾ, ਪਰਾਇਆ, ਪਰਿਵਾਰ, ਦੁਸ਼ਮਣ, ਕੋਈ ਵੰਡ ਨਹੀਂ ਪੈਦਾ ਹੋਈ। ਤੀਜੀ ਗੱਲ, ਬੱਚੇ ਦੇ ਲਈ ਅਜੇ ਸੰਸਾਰ ਦਾ ਪਦਾਰਥਾਂ ਦਾ ਆਕਰਸ਼ਣ ਵੀ ਰਸ ਰੂਪ ਕਰਕੇ ਉਹਦੀ ਦੇਹ 'ਚ ਪੈਦਾ ਨਹੀਂ ਹੋਇਆ। ਇਸ ਕਰਕੇ ਉਹ ਕਿਸੇ ਰਸ ਦੇ ਨਾਲ ਪੱਕੇ ਤਰੀਕੇ ਨਾਲ ਜੁੜ ਕੇ ਨਹੀਂ ਰਹਿੰਦਾ। ਜਿਹੜੇ ਰਸ ਦੀ ਪਹਿਲਾਂ ਮੰਗ ਕਰ ਰਿਹਾ ਹੁੰਦਾ ਹੈ, ਥੋੜ੍ਹੇ ਸਮੇਂ ਬਾਅਦ ਉਸ ਰਸ ਨੂੰ ਵਗਾ ਕੇ ਪਰਾਂ ਮਾਰਦਾ ਹੈ। ਤਾਂ ਇਸੇ ਪ੍ਰਕਾਰ ਇਹ ਸਾਡੇ ਆਤਮ ਸਰੂਪ ਦਾ ਜੀਵਨ ਹੈ ਜਿਹਦੇ ਵਿੱਚ ਉਚਾਈ ਹੀ ਉਚਾਈ ਹੁੰਦੀ ਹੈ। ਤਾਂ ਮਨੁੱਖ ਫਿਰ ਇਹਨਾਂ ਹਾਲਤਾਂ ਤੋਂ ਨੀਵਾਂ ਆਉਣਾ ਸ਼ੁਰੂ ਹੋ ਜਾਂਦਾ ਹੈ। ਆਪਣੇ ਆਤਮ ਸਰੂਪ ਨੂੰ ਛੱਡ ਕੇ ਆਪਣੇ ਮਨ ਦੇ ਤਲ 'ਤੇ ਆ ਜਾਂਦਾ ਹੈ ਅਤੇ ਮਨ ਦੇ ਤਲ 'ਤੇ ਆ ਕੇ ਇਹ ਮਾਇਆ ਦੇ ਅਧੀਨ ਹੋ ਜਾਂਦਾ। ਅਤੇ ਅਸੀਂ ਗੁਰਬਾਣੀ 'ਚ ਵਾਕ ਪੜ੍ਹਦੇ ਹਾਂ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਤਾਂ ਮਾਇਆ ਅਮਰ ਵਰਤਾਇਆ ਦਾ ਭਾਵ ਕੀ ਹੈ ਕਿ ਆਪਣੇ ਆਤਮ ਸਰੂਪ ਨੂੰ ਛੱਡ ਬੈਠਾ ਹੈ। ਪਹਿਲਾਂ ਜੀਵਨ ਦੇ ਵਿੱਚ ਆਨੰਦ ਸੀ, ਮਤਲਬ ਆਤਮ ਸਰੂਪ ਨੂੰ ਜਦੋਂ ਬੰਦਾ ਛੱਡਦਾ ਮਨ ਦੇ ਤਲ 'ਤੇ ਆਉਂਦਾ ਫਿਰ ਕੀ ਹੁੰਦਾ ਹੈ? ਪਹਿਲਾਂ ਸਰੀਰਕ ਤਲ 'ਤੇ ਕੇਵਲ ਲੋੜਾਂ ਦੀ ਪੂਰਤੀ ਕਰਕੇ ਰੋਂਦਾ ਸੀ। ਹੁਣ ਜਦੋਂ ਵਿਕਾਰਾਂ ਦਾ ਦਖਲ ਸਰੀਰ ਦੇ ਵਿੱਚ ਜੀਵਨ ਦੇ ਵਿੱਚ ਵੱਧ ਗਿਆ ਮਨ ਦੇ ਪ੍ਰਭਾਵ ਕਰਕੇ, ਤਾਂ ਹੁਣ ਜਦੋਂ ਵਿਕਾਰਾਂ ਦੀ ਪੂਰਤੀ ਨਹੀਂ ਹੁੰਦੀ ਉਦੋਂ ਵੀ ਰੋਂਦਾ ਹੈ। ਅਤੇ ਜਦੋਂ ਵਿਕਾਰਾਂ ਦੀ ਪੂਰਤੀ ਹੋ ਜਾਂਦੀ ਹੈ ਅਤੇ ਪੂਰਤੀ ਤੋਂ ਬਾਅਦ ਫਿਰ ਉਹਨਾਂ ਦੀ ਮਲੀਨਤਾ ਮਨ ਦੇ ਉੱਪਰ ਛਾ ਕੇ ਮਾਨਸਿਕ ਬੋਝ ਪੈਦਾ ਕਰਦੀ ਹੈ, ਉਦੋਂ ਵੀ ਰੋਂਦਾ ਹੈ। ਜਦੋਂ ਦਵੈਤ ਨਹੀਂ ਸੀ ਉਦੋਂ ਸਾਰੇ ਆਪਣੇ ਨਿਕਟਵਰਤੀ ਲੱਗਦੇ ਸਨ। ਹੁਣ ਦਵੈਤ ਪੈਦਾ ਹੋ ਗਿਆ ਤਾਂ ਆਪਣੀ ਵਰਗ ਵੰਡ ਸ਼ੁਰੂ ਕਰ ਬੈਠਾ ਹੈ ਅਤੇ ਕਈਆਂ ਦੇ ਨਾਲ ਸੰਬੰਧਾਂ ਦੇ ਤਣਾਅ ਜਾਣ ਬੁੱਝ ਕੇ ਬਣਾਉਣੇ ਪੈਂਦੇ ਨੇ, ਕਈਆਂ ਦੇ ਨਾਲ ਸਵਾਰਥਿਤ ਸੰਬੰਧ ਗੰਢਣੇ ਪੈਂਦੇ ਨੇ। ਇਹਨਾਂ ਕਰਕੇ ਵੀ ਇੱਕ ਮੁਸ਼ਕਿਲ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਮਨੁੱਖ ਆਪਣੀ ਨਿਵਾਣ 'ਤੇ ਜਿਉਂਦਾ ਹੈ। ਵੇਖੋ ਇਸ ਗੱਲ ਨੂੰ ਹੋਰ ਸਰਲ ਕਹਿਣਾ ਹੋਵੇ, ਜਦੋਂ ਸਾਨੂੰ ਸਿਰਜਣਹਾਰ ਸਾਡੀ ਰਚਨਾ ਕਰਦਾ ਹੈ, ਸਾਨੂੰ ਬੁੱਧੀ ਵੀ ਦਿੰਦਾ ਹੈ, ਸਾਨੂੰ ਭਾਵ ਵੀ ਦਿੰਦਾ ਹੈ, ਜੀਵਨ ਦੇ ਸਾਰੇ ਤਾਣ ਸਾਨੂੰ ਦਿੰਦਾ ਹੈ, ਪਰ ਉਹਨਾਂ ਭਾਵਾਂ ਦੇ ਉੱਪਰ ਕੁਝ ਨਹੀਂ ਲਿਖਦਾ।
ਉਹ ਕੇਵਲ ਸਾਡੇ ਇੱਕ ਕਰਮਾਂ ਦੀ ਪ੍ਰਾਰਬੱਧ ਔਧ ਸਾਡੇ ਨਾਲ ਚੱਲ ਰਹੀ ਹੁੰਦੀ ਹੈ। ਸਾਡੀ ਬੁੱਧੀ ਹੈ, ਉਹਦੇ ਵਿੱਚ ਕੋਈ ਇਸ ਭਟਕਣ ਦਾ ਖਿਆਲ ਨਹੀਂ ਲਿਖਿਆ। ਸਾਡਾ ਮਨ ਹੈ, ਉਹਦੇ ਉੱਪਰ ਕੋਈ ਵਕਾਰ ਦੀ ਮੈਲ ਨਹੀਂ ਲਾ ਕੇ ਭੇਜੀ। ਸਾਡੀ ਸੁਰਤ ਹੈ, ਉਹਨੂੰ ਸੰਸਾਰ ਦੇ ਵਿੱਚ ਬਿਲਕੁਲ ਨਹੀਂ ਖੁਬੀ ਹੋਈ, ਬਿਲਕੁਲ ਉਪਰਾਮ ਰਹਿੰਦੀ ਹੈ। ਪਰ ਸਾਡੇ ਜੀਵਨ ਦਾ ਜਿਵੇਂ ਜਿਵੇਂ ਸਫ਼ਰ ਚੱਲਦਾ ਹੈ, ਅਸੀਂ ਆਪਣੀ ਨਿਵਾਣ ਵਾਲੀਆਂ ਹਾਲਤਾਂ 'ਤੇ ਆਉਂਦੇ ਜਾਂਦੇ ਹਾਂ। ਅਤੇ ਇੱਕ ਸਮਾਂ ਆਉਂਦਾ ਹੈ ਜਦੋਂ ਬਿਲਕੁਲ ਮਨ ਦੇ ਅਧੀਨ ਹੋ ਕੇ ਜਿਉਣਾ ਸ਼ੁਰੂ ਕਰ ਦਿੰਦੇ ਹਾਂ। ਅਤੇ ਜਿੰਨਾ ਬੰਦਾ ਮਨ ਦਾ ਅਧੀਨ ਹੋਣਾ ਸ਼ੁਰੂ ਹੁੰਦਾ ਹੈ, ਉਨਾ ਜ਼ਿਆਦਾ ਹੀ ਉਹ ਬੰਧਨਾਂ ਦੇ ਸਹਿਤ ਹੋ ਜਾਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਇਸ ਤਰ੍ਹਾਂ ਦਾ ਹੋਣਾ, ਬੰਧਨਾਂ ਦੇ ਸਹਿਤ ਹੋਣਾ ਕੀ ਹੈ? ਸਭ ਤੋਂ ਪਹਿਲਾ ਬੰਧਨ ਕੀ ਹੈ ਮਨੁੱਖ ਦੇ ਲਈ? ਕਾਇਆ ਦਾ ਬੰਧਨ। ਕਾਇਆ ਦਾ ਬੰਧਨ ਕੀ ਹੈ? ਹਰੇਕ ਮਨੁੱਖ ਆਪਣੇ ਆਪ ਨੂੰ ਸਰੀਰ ਮੰਨ ਕੇ ਬੈਠਾ ਹੈ। ਉਹਨੂੰ ਲੱਗਦਾ ਅਗਰ ਮੇਰੇ ਸਰੀਰ ਦੀ ਹੋਂਦ ਖਤਮ ਹੋ ਗਈ ਤਾਂ ਸ਼ਾਇਦ ਮੇਰਾ ਜੀਵਨ ਨਹੀਂ ਰਹੇਗਾ। ਇਹ ਤਾਂ ਬਹੁਤ ਵੱਡੇ ਪੱਧਰ ਦੀ ਅਵਸਥਾ ਹੋਵੇ ਤਾਂ ਕਿਸੇ ਬੰਦੇ ਨੂੰ ਮਹਿਸੂਸ ਹੋ ਸਕਦਾ ਹੈ ਕਿ ਕਾਇਆ ਵੀ ਮੇਰੇ ਲਈ ਇੱਕ ਬੰਧਨ ਹੈ। ਪਰ ਆਮ ਤੌਰ 'ਤੇ ਲੋਕਾਂ ਲਈ ਕੀ ਬੰਧਨ ਹਨ? ਸੰਸਾਰਕ ਸੰਬੰਧਾਂ ਦੇ ਬੰਧਨ ਹਨ, ਤ੍ਰਿਸ਼ਨਾ ਦਾ ਬੰਧਨ ਹੈ, ਵਕਾਰਾਂ ਦੇ ਬੰਧਨ ਹਨ, ਆਪਣੇ ਮਾਨਸਿਕ ਪੱਧਰ ਦੀ ਜਿਹੜੀ ਭਟਕਣਾ ਹੈ ਉਹਦੇ ਬੰਧਨ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੁਣ ਮੁਕਤ ਦੁਆਰਾ ਸੰਕੁਰਾ। ਵਿਚਾਰ ਚਰਚਾ ਦਾ ਆਰੰਭ ਹੋਇਆ ਸੀ ਕਿ ਮਨੁੱਖ ਨੂੰ ਸੋਝੀ ਹੋਵੇ ਕਿ ਪਹਿਲਾਂ ਮੈਂ ਕਿਸੇ ਚੀਜ਼ ਤੋਂ ਮੁਕਤ ਹੋਣਾ ਹੈ। ਹੁਣ ਜੇ ਮਨੁੱਖ ਨੂੰ ਪਹਿਲੀ ਗੱਲ ਇਹ ਪਤਾ ਹੀ ਨਹੀਂ ਕਿ ਮੈਂ ਕਿਸੇ ਚੀਜ਼ ਵਿੱਚ ਜਕੜਿਆ ਹੋਇਆ ਹਾਂ ਜਾਂ ਇਹਦੇ ਤੋਂ ਮੁਕਤ ਹੋਣਾ ਹੈ, ਤਾਂ ਉਹ ਮਨੁੱਖ ਸਤ ਸੰਗਤ ਦੇ ਵਿਚਲੀ ਗਿਆਨ ਵਿਚਾਰ ਦਾ ਕੀ ਲਾਭ ਉਠਾ ਸਕੇਗਾ ਜਾਂ ਉਹਦੇ ਕਿਸ ਕੰਮ ਆਏਗੀ? ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੁਕਤ ਦੁਆਰਾ ਸੰਕੁਰਾ। ਮੁਕਤੀ ਦਾ ਦੁਆਰ ਬੜਾ ਬਾਰੀਕ ਕਿਹਾ ਜਾਂਦਾ। ਹੁਣ ਬਾਰੀਕ ਕਹਿਣ ਦਾ ਭਾਵ ਕੀ ਹੈ ਕਿ ਮਨੁੱਖ ਜਦੋਂ ਆਰੰਭ ਦੇ ਵਿੱਚ ਜੋਤ ਸਰੂਪ ਹੁੰਦਾ ਹੈ, ਜਿਵੇਂ ਅੱਗ ਦਾ, ਕਿਹੜਾ ਮਨੁੱਖ ਹੈ ਜਿਹੜਾ ਅੱਗ ਦਾ ਭਾਰ ਤੋਲ ਸਕੇ? ਸਾਡੇ ਦੀਵੇ ਦੀ ਲਾਟ ਬਲਦੀ ਹੈ, ਦੀਵੇ ਦਾ ਭਾਰ ਤੋਲਿਆ ਜਾ ਸਕਦਾ ਹੈ, ਤੇਲ ਦਾ ਭਾਰ ਤੋਲਿਆ ਜਾ ਸਕਦਾ, ਇੱਥੋਂ ਕਿ ਵੱਟੀ ਦਾ ਵੀ ਭਾਰ ਤੋਲਿਆ ਜਾ ਸਕਦਾ ਹੈ। ਪਰ ਅੱਗ ਦਾ ਕੋਈ ਮਨੁੱਖ ਹੈ ਜਿਹੜਾ ਭਾਰ ਤੋਲ ਸਕੇ? ਇਸੇ ਪ੍ਰਕਾਰ ਸਾਡਾ ਜੀਵਨ ਜੋਤ ਸਰੂਪ ਜਦੋਂ ਹੁੰਦਾ ਹੈ, ਉਹਦੇ 'ਤੇ ਕੋਈ ਭਾਰ ਨਹੀਂ ਹੁੰਦਾ, ਕੋਈ ਕਿਸੇ ਪ੍ਰਕਾਰ ਦਾ ਭਾਰਾਪਨ ਨਹੀਂ ਹੁੰਦਾ। ਪਰ ਅਸੀਂ ਹੌਲੀ ਹੌਲੀ ਭਾਰਾਪਨ ਪਾਉਂਦੇ ਹਾਂ। ਦਵੈਤ ਦਾ, ਵਕਾਰਾਂ ਦੀ ਫਾਹੀ ਦਾ, ਸੰਸਾਰ ਦੇ ਆਕਰਸ਼ਣ ਦਾ, ਦੁਨੀਆਦਾਰੀ ਦੇ ਤਮਾਮ ਭਟਕਣ ਦਾ ਜਿਹੜਾ ਬੋਝ ਆਪਣੇ ਜੀਵਨ ਦੇ ਉੱਪਰ ਪਾ ਕੇ ਅਤੇ ਆਪਣੇ ਜੀਵਨ ਨੂੰ ਮੈਗਲ ਪਾਵ ਕੇ ਹਾਥੀ ਵਰਗਾ ਕਰ ਲੈਂਦੇ ਹਾਂ। ਤਾਂ ਫਿਰ ਸਾਡੇ ਕੋਲ ਅਧਿਆਤਮਿਕ ਮਾਰਗ 'ਤੇ ਚੱਲਿਆ ਨਹੀਂ ਜਾਂਦਾ। ਹੁਣ ਇਸ ਵਾਕ ਨੂੰ ਅਸੀਂ ਰੋਜ਼ਾਨਾ ਵੀ ਪੜ੍ਹਦੇ ਹਾਂ। ਆਨੰਦ ਸਾਹਿਬ ਦੀ ਬਾਣੀ ਸੀ ਸਾਰੇ ਪੜ੍ਹਦੇ, ਉਹਦੇ ਵਿੱਚ ਜ਼ਿਕਰ ਆਉਂਦਾ ਹੈ, ਖੰਨਿਓ ਤਿੱਖੀ ਵਾਲੋ ਨਿੱਕੀ ਇਹ ਤਮਾਰਗ ਜਾਣਾ। ਹੁਣ ਇਹ ਸਾਰਾ ਮਸਲਾ ਸੁਰਤ ਦਾ ਹੈ। ਤਨ ਨੇ ਦੌੜਨਾ ਹੈ, ਗਰਾਊਂਡ ਚਾਹੀਦੀ ਹੈ, ਰੋਡ ਚਾਹੀਦਾ ਹੈ। ਪਰ ਅਧਿਆਤਮਿਕ ਤਲ 'ਤੇ ਜਦੋਂ ਮਨੁੱਖ ਨੇ ਸਾਧਨਾ ਕਰਨੀ, ਸਾਰਾ ਕੁਝ ਸੂਖਸ਼ਮ ਹੋ ਜਾਂਦਾ ਹੈ। ਕੋਈ ਉਸ ਤਰ੍ਹਾਂ ਦਾ ਬਾਹਰੀ ਰੂਪ ਦੇ ਵਿੱਚ ਨਹੀਂ ਰਹਿੰਦਾ। ਇਸ ਕਰਕੇ ਹੁਣ ਜਿਵੇਂ ਅਧਿਆਤਮਿਕ ਮਾਰਗ 'ਤੇ ਚੱਲਣਾ, ਉੱਥੇ ਆਹ ਸਰੀਰ ਨਹੀਂ ਚੱਲ ਸਕੇਗਾ, ਉੱਥੇ ਸੁਰਤ ਚੱਲੇਗੀ। ਸੁਰਤ ਕਿਵੇਂ ਚੱਲੇਗੀ ਕਿ ਜਦੋਂ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਹਾਂ, ਤਾਂ ਕੀਰਤਨ ਸਰਵਣ ਕਰਦਿਆਂ ਕਰਦਿਆਂ ਕੀਰਤਨ ਦੇ ਵਿੱਚ ਇੰਨਾ ਜ਼ਿਆਦਾ ਲੀਨ ਹੋ ਜਾਣਾ ਕਿ ਆਪਣੇ ਤਨ ਦੀ, ਆਪਣੇ ਬਾਹਰੀ ਜੀਵਨ ਦੀ ਸਾਰੀ ਹੋਂਦ ਭੁੱਲ ਜਾਣੀ। ਜਿਵੇਂ ਕਈ ਵਾਰੀ ਕੀਰਤਨ ਦੇ ਵਿੱਚ ਬੰਦਾ ਸਮਾਧੀਗਤ ਅਨੁਭਵ ਮਾਣਦਾ ਹੈ ਨਾ, ਤਾਂ ਉਹਨੂੰ 5-7 ਸੈਕਿੰਡ ਐਸੇ ਪ੍ਰਾਪਤ ਹੁੰਦੇ ਹਨ, ਅਤੇ ਉਹ ਮਤਲਬ ਉਹਨੂੰ ਬਿਲਕੁਲ ਹੀ ਨਹੀਂ ਖਿਆਲ ਰਹਿੰਦਾ ਕਿ ਮੈਂ ਸਰੀਰ ਵੀ ਹਾਂ ਜਾਂ ਮੈਂ ਕਿਤੇ ਬੈਠਾ ਹੋਇਆ, ਮੇਰਾ ਆ ਆਕਾਰ ਰੂਪ ਰੰਗ ਜਾਤ ਹੈ, ਇਹ ਖਿਆਲ ਬਿਲਕੁਲ ਨਹੀਂ ਰਹਿੰਦਾ। ਤਾਂ ਇਸੇ ਪ੍ਰਕਾਰ ਇਸ ਤਰ੍ਹਾਂ ਦਾ ਜਿਹੜਾ ਅਨੁਭਵ ਹੈ, ਇਹਦਾ ਮਤਲਬ ਇਹ ਸੁਰਤ ਦੀ ਸਾਧਨਾ ਹੈ। ਅਤੇ ਆਪਣੀ ਸੁਰਤ ਨੂੰ ਕਿੰਨਾ ਅਸੀਂ ਗੁਰੂ ਸ਼ਬਦ ਵਿਚਾਰ ਅਤੇ ਕਿੰਨਾ ਕੀਰਤਨ ਦੇ ਨੇੜੇ ਰੱਖ ਕੇ ਇਸ ਨੂੰ ਉਚਾਈ ਵੱਲ ਲਿਜਾ ਸਕਦੇ ਹਾਂ, ਇਹ ਸਾਡੇ ਉੱਪਰ ਨਿਰਭਰ ਹੈ। ਤਾਂ ਇਹੀ ਜੀਵਨ ਅਧਿਆਤਮਿਕ ਜੀਵਨ ਹੁੰਦਾ ਹੈ। ਫਿਰ ਇਹ ਸੁਰਤ ਦਾ ਜੀਵਨ। ਹੁਣ ਮਨ ਦਾ ਜੀਵਨ। ਮਨ ਦਾ ਜੀਵਨ ਕੀ ਹੈ ਕਿ ਮਨ ਨੇ ਅਕਸਰ ਸੰਸਾਰ ਦੇ ਖਿਆਲ ਲੈਣੇ ਨੇ, ਪਰ ਇਹਦੇ ਅੰਦਰ ਗੁਰੂ ਸ਼ਬਦ ਦਾ ਅਭਿਆਸ ਇੰਨਾ ਜ਼ਿਆਦਾ ਪਾ ਦਿੱਤਾ ਜਾਵੇ ਕਿ ਅਗਰ ਇਹ ਖਿਆਲ ਲੈਣੇ ਵੀ ਚਾਹੇ ਤਾਂ ਇਹਨੂੰ ਅਧਿਆਤਮਿਕ ਜੀਵਨ ਵਾਲੇ ਆਉਣ। ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਮੰਮਾ ਮਨ ਸੋ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸੋ ਕਹੈ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਕਿ ਇਹੀ ਮਨ ਜਦੋਂ ਹੁਣ ਸਾਧ ਲਿਆ ਹੈ, ਪਹਿਲਾਂ ਇਹ ਵਿਖਿਆ ਮਾਰਗ ਵੱਲ ਭੱਜਣ ਦੇ ਖਿਆਲ ਦਿੰਦਾ ਸੀ, ਹੁਣ ਇਹ ਸਤ ਸੰਗਤ ਵੱਲ ਕਦਮ ਲਿਜਾਂਦਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੁਕਤ ਦੁਆਰਾ ਸੰਕੁਰਾ। ਹੁਣ ਮੁਕਤ ਦੁਆਰਾ ਸੰਕੁਰਾ ਕਿਵੇਂ ਹੈ? ਦਵੈਤ ਦਾ ਭਾਰ ਆਪਣੇ ਉੱਪਰ ਪਾ ਲਿਆ ਅਤੇ ਹਾਥੀ ਵਰਗੇ ਹੋ ਗਏ ਆ। ਹੁਣ ਜੇ ਦਵੈਤ ਨੂੰ ਛੱਡਣਾ ਪੈਣਾ ਹੈ ਤਾਂ ਦਵੈਤ ਛੱਡਿਆ ਨਹੀਂ ਜਾ ਰਿਹਾ। ਹੁਣ ਦਵੈਤ ਮਨੁੱਖ ਬੜਿਆਂ ਪੱਧਰਾਂ 'ਤੇ ਸਾਜ ਲੈਂਦਾ ਹੈ।
अपनी जात के पद्धर ते, अपने रूप रंग के सुंदर होने के पद्धर ते, अपनी धन संपदा के पद्धर ते, अपनी भौतिक प्रतिभा के तल ते मनुख द्वैत साज लैंदा है। तो गुरु भगत कबीर साहब जी कहते सारा छड्डना पएगा, इस गल के उपर आना पएगा कि ना को बैरी नहीं बेगाना सगल संग हम कहो बन आई। जे इत्थे आ सकोगे, इस तल ते आके द्वैत मिटा सकोगे तां मुक्त हो सकोगे। और दूजी गल एक पक्ष होर साझा करदे हां, इत्थे मुक्ति की वो चर्चा नहीं हो रही जिहड़ी असीं आम सुणदे हां कि बंदा मर के मुक्त हो जावे। इत्थे मुक्ति की चर्चा है कि मनुख आया इस संसार दे विच ते पहला जीवन अज्ञानी होण करके माया के बंधना विच फाहिया गया है, तो हुण उन्हां तो मुक्त होण दी गल है। तो भगत कबीर साहब जी कहते इसे प्रकार अपना द्वैत मिटाउणा है तो इस पद्धर ते आओ। इसे प्रकार द्वैत हुण वड्डी गल है, ये भी साडे लई बंधन ही है द्वैत भी, जिवें देखिया जावे। हुण कई वारी असीं अपने जीवन च काहदे करके भै भीत हुंदे हां, जदों सानूं साडे किसी विरोधी का चेता आ जांदा है, असीं जाणदे हां समझदे हां कि आह साडा दुश्मन है जां विरोधी है, तो उस गल नूं चितव के असीं थोड़ा सीमित होण लग पैंदे हां। तो वो इंसान जिहदे प्रति साडा विरोध होवे उहदे नेड़ियों गुजरना, उहदे महल्ले चों गुजरना जां उहदे संबंधियों के नाल किते रहना सानूं मुश्किल लगन लग पैंदा है, क्योंकि असीं अपना द्वैत सिरजिया होया है। जे उस द्वैत नूं मिटा देंगे तो जिहड़ा साडा विरोधी है उहदी होंद रहेगी नहीं। तो इसे प्रकार भगत कबीर साहब जी कहते जे इस पद्धर ते आउण दे लई किन्ना यतन करना पैंदा है, बंदा तो कुछ भी नहीं छड्ड सकदा। तां ही तां कहा कि राई दसें पाए कि मन तो मैगल होए रहो मिक्सिओ क्यों कह जाए। हुण मनुख नूं कहे द्वैत छड्ड, अपनी जात का गर्भ छड्ड, अपने जात कुल का बौद्धिक संपदा का, ये सारे द्वैत छड्ड के बिल्कुल उस स्थान ते आ जा जिथों तू आरंभ होया सी। तां मनुख दे लई किन्ना मुश्किल है। जिवें अज सानूं कोई कह दे कि अपने सारे विरोधियों के नाल जाके विनिम्रता रूप दे विच गलबात करके उन्हां नूं मित्र बना लिया जावे, तां किन्ना कठिन है साडे लई। तां भगत कबीर साहब जी कहंदे इसे प्रकार द्वैत मिटाउणा भी औखा है, दूजे पद्धर ते मन तो मैगल होए रहो। हुण शब्द वरत्या मन, इहदा मतलब माया दे अधीन मन ही हुंदा है। तां हुण उही मन जिहदे विच भगत कबीर साहब जी आखदे हन कि यही मन जिहड़ा कोरा सी दे उपर कुछ नहीं लिखिया, हुण वकारां दीयां लीकां वख वाईयां ने, द्वैत दीयां लीकां होर तरीके नाल वाईयां ने, संसार दे आकर्षण दीयां होर तर੍ਹਾਂ वाईयां ने, ते आसा मनशा तृष्णा दे जिहड़े चिन्ह ने होर तर੍ਹਾਂ वाए ने। भला जदों इन्ना कुछ जिवें उदाहरण के तौर पर एक कागज़ होवे उहदे उपर बहुत सारा लिखिया होया वाया होवे, तो कोई मनुख उहदे कहे कि इहदे उपर कोई चंगी तरह की कोई इबारत लिख दिओ, एक पूरा वाक लिख दिओ, नहीं लिखिया जाएगा, क्योंकि वो कागज़ के उपर बहुत कुछ पहला वाया होया है। जां तां फिर कागज़ साफ करना पएगा, तो उन्होंने साफ करने के लिए कितना यतन लगेगा। यही रोज़ाना की साध संगत का कर्म है। तो भगत कबीर साहब जी कहते मन तो मैगल होए रहे हो। हुण मन नूं वकारां की पाह लगी हुई है, वकारां नूं सरीरक रूप दे विच भोगना छड्ड दिता है। मैं किसी दिन कोई पुस्तक ऐसी पढ़ रहा सी, उहदे विच उन्हां बड़ी डीप गल कीती हुई सी कि एक समा आउंदा है बंदे दे उपर जदों वो वकारां दे सरीरक भोग छड्ड पैंदा है तो वकारां दी वासना भी छड्ड पैंदा है। पर कहंदे वो इन्ना जाके अगे जाके समस्या हो जाती है कि वकार उहदे चिंतन विच जगह लै लैंदे ने। चिंतन का भाव यह है कि हुण शरीर करके काम क्रोध लोभ मोह हंकार कुछ नहीं कर सकदा, तो ना ही हुण इन्हां नूं करन नूं जी करदा है, पर अंदरले पासे उहदे चलदे रहिंदे ने। अंदरले पासे चलण दा भाव की है कि उहनूं कदे कदे ख्याल आउंदे रहिंदे हन अपने पूर्वले कीते उस कर्म दे, जां कि मैं इस तरह दा हो जावां। कहंदे जदों इस रूप दे विच आके वकार बंदे नूं ग्रस्त कर लैंदे हन तां यही जीवन दी सब तो भयानक समस्या है। हुण इस गल नूं जे वाचीए तां क्या ही नहीं जा सकदा कि कोई बंदा वकारां तो मुक्त हो सकता। कहते चिंतन रूप दे विच, चिंतन रूप का मतलब इनू सरल कहना होवे कि उहदे अंदर ख्याल चलता रहिंदा कदे ना कदे, तो इहदे तो भी मुक्त होना पैंदा। तो भगत कबीर साहब जी कहते मन तो मैगल होए रहे हो। हुण मन नूं इस पद्धर ते जाके मुक्त करना कहते बड़ा औखा है। तो भगत कबीर साहब जी कहते फिर निकसो क्यों कह जाए, फिर किस प्रकार मुक्त होया जावे। हुण इस नूं फिर दोबारा श्लोक की आरंभ वाली चर्चा वाले पासे लिजावां कि दरवाजा है बिल्कुल राई दे दाणे जिन्ना,
ਉਹਦੇ ਵਿੱਚੋਂ ਲੰਘਣ ਦੇ ਲਈ ਰਾਈ ਜਿੰਨਾ ਹੋਣਾ ਪਏਗਾ। ਪਰ ਸਾਡੀ ਹਸਤੀ ਹਾਥੀ ਵਰਗੀ ਬਣ ਗਈ ਹੈ ਤਾਂ ਕਿਵੇਂ ਲੰਘਿਆ ਜਾਏਗਾ। ਭਾਵ ਕਿ ਜਦੋਂ ਸਾਡਾ ਆਰੰਭ ਹੋਇਆ ਸੀ ਅਸੀਂ ਜੋਤ ਸਰੂਪ ਵਰਗੇ ਸੀ, ਜੀਵਨ ਦਾ ਕੋਈ ਭਾਰ ਨਹੀਂ ਸੀ, ਨਾ ਦਵੈਤ ਦਾ, ਨਾ ਵਿਕਾਰਾਂ ਦਾ, ਨਾ ਸੰਸਾਰ ਦੇ ਆਕਰਸ਼ਣ ਦਾ, ਨਾ ਦੁਨਿਆਵੀ ਰਸਾਂ ਕਸਾਂ ਭੋਗਾਂ ਦਾ, ਨਾ ਜੀਵਨ ਜਿਉਣ ਦੀ ਚਾਹਤ ਦਾ, ਨਾ ਕਿਸੇ ਪ੍ਰਕਾਰ ਦਾ ਮਾਨਸਿਕ ਭੈ, ਨਾ ਸਰੀਰਕ ਭੈ, ਕੁਝ ਵੀ ਨਹੀਂ ਸੀ। ਜੀਵਨ ਜਿਉਂ ਕਿ ਹੁਣ ਇੰਨੇ ਭਾਰਾਂ ਦੇ ਨਾਲ ਭਰ ਗਏ ਹਾਂ ਤਾਂ ਹੁਣ ਉਹ ਦੁਬਾਰਾ ਮੁਕਤ ਸਰੂਪ ਤੱਕ ਪਹੁੰਚਿਆ ਨਹੀਂ ਜਾ ਰਿਹਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਿਸ ਕਰਕੇ ਮਨ ਤਉ ਮੈਗਲ ਹੋਏ ਰਹੇ ਹੋ। ਜਾਂ ਉਹ ਮਨ ਸੀ, ਹੁਣ ਇਸ ਗੱਲ ਨੂੰ ਸਾਧਨਾ ਦੇ ਪੱਖ ਤੋਂ ਵਾਚਣਾ ਹੋਵੇ। ਇੱਕ ਬੱਚਾ ਹੈ, ਉਹਨੂੰ ਆਰੰਭ ਦੇ ਵਿੱਚ ਅਸੀਂ ਸਤ ਸੰਗਤ ਵਿੱਚ ਲੈ ਆਏ, ਉਹ ਆਰੰਭ ਦੇ ਤੌਰ 'ਤੇ ਬੈਠ ਗਿਆ। ਉਹਨੂੰ ਨਹੀਂ ਗਿਆਨ ਦੇ ਵਾਕਾਂ ਦਾ ਪਤਾ, ਨਹੀਂ ਉਹ ਗਿਆਨ ਦੀਆਂ ਗਹਿਰਾਈਆਂ ਜਾਣਦਾ, ਪਰ ਉਹ ਆਪਣੇ ਜੀਵਨ ਦੀ ਬਾਜੀ ਨੂੰ ਬੜੇ ਆਸਾਨ ਤਰੀਕੇ ਨਾਲ ਜਿੱਤ ਸਕਦਾ। ਕਿਵੇਂ? ਹੁਣ ਇਹ ਮਨੁੱਖ ਪੁੱਛੇਗਾ ਕਿ ਜੀਵਨ ਦੀ ਬਾਜੀ ਉਹ ਆਸਾਨ ਨਾਲ ਜਿੱਤ ਸਕਦਾ ਕਿਸ ਪ੍ਰਕਾਰ। ਉਹਦੇ ਕੋਲੋਂ ਭਾਵ ਨੇ ਸਤਿਗੁਰੂ ਨੂੰ ਨਤਮਸਤਕ ਹੋਣ ਦੇ, ਕੀਰਤਨ ਸੁਣਦੇ ਬੜੇ ਹੀ ਕੋਮਲ ਔਰ ਬੜੇ ਹੀ ਸ਼ਵੱਛ। ਅਸੀਂ ਕੀਰਤਨ ਸੁਣਦੇ ਸਾਡਾ ਤਵਾਜ਼ਨ ਨਹੀਂ ਬਹਿੰਦਾ। ਬੰਦਿਆਂ ਦੇ ਸਰੀਰਕ ਹਾਲਤ ਦੱਸ ਦਿੰਦੀ ਹੈ, ਉਹਨਾਂ ਦੇ ਚਿਹਰੇ ਦੀ ਹਾਲਤ ਦੱਸ ਦਿੰਦੀ ਹੈ ਕਿ ਬੰਦੇ ਦਾ ਕੀਰਤਨ ਦੇ ਨਾਲ ਇੱਕ ਸੁਰਤਾ ਨਹੀਂ ਬਣ ਰਹੀ, ਤਾਂ ਇਹਦੀ ਸਰੀਰ ਬਾਰ-ਬਾਰ ਘੁੰਮ ਰਹੀ ਹੈ। ਇਸੇ ਪ੍ਰਕਾਰ ਹੁਣ ਬੱਚਾ ਲਿਆਂਦਾ ਗਿਆ ਸਤ ਸੰਗਤ ਦੇ ਵਿੱਚ, ਉਹਦੇ ਭਾਵ ਸ਼ਵੱਛ ਨੇ। ਉਹਦੇ ਭਾਵਾਂ ਦੇ ਵਿੱਚ ਅਗਰ ਕੀਰਤਨ ਦੀ ਧੁਨ ਉਹਦੇ ਅੰਦਰ ਪ੍ਰਵੇਸ਼ ਕਰ ਗਈ ਅਤੇ ਉਹਦੇ ਜੀਵਨ ਦਾ ਨਾਮ ਰਸ ਬਣ ਗਈ, ਤਾਂ ਜਦੋਂ ਤੱਕ ਵਿਕਾਰਾਂ ਨੇ ਆਪਣਾ ਪੂਰਾ ਦਖਲ ਉਹਦੇ ਜੀਵਨ 'ਚ ਪਾਉਣਾ ਹੈ, ਉਦੋਂ ਤੱਕ ਉਹਦੀ ਅਵਸਥਾ ਐਡੀ ਵੱਡੀ ਬਣ ਗਈ ਹੋਵੇਗੀ ਕਿ ਵਿਕਾਰ ਉਹਦੇ ਅੰਦਰ ਦਖਲ ਦੇ ਹੀ ਨਹੀਂ ਸਕਣਗੇ। ਅਗਰ ਦੇਣਗੇ ਵੀ ਤਾਂ ਪਸਤ ਹੋ ਜਾਣਗੇ। ਕਿਉਂ? ਕਿਉਂਕਿ ਉਹਨੇ ਨੇਤਰਾਂ ਦੇ ਵਿੱਚ ਕਾਮ ਦੀ ਮਲੀਨਤਾ ਉਤਰਨ ਤੋਂ ਪਹਿਲਾਂ ਗੁਰੂ ਦਰਸ਼ਨ ਦੀ ਮਹਿਮਾ ਨੂੰ ਵਸਾ ਲਿਆ ਹੈ, ਅਤੇ ਇਸ ਕਰਕੇ ਵਿਕਾਰ ਦਾ ਦਖਲ ਉਹਦੇ ਜੀਵਨ ਦੇ ਵਿੱਚ ਵਧੇਗਾ ਨਹੀਂ। ਜੇ ਇਹਨੂੰ ਸਧਾਰਨ ਜਿਹਾ ਕਹਿਣਾ ਹੋਵੇ, ਜਦੋਂ ਜਿਹੜੀ ਧੂੜ ਕਣ ਭਰੀ ਹਨੇਰੀ ਚੱਲਦੀ ਹੈ ਤਾਂ ਆਮ ਘਰਾਂ ਦੇ ਵਿੱਚ ਜਿਹੜੇ ਸੁਆਣੀਆਂ ਇਸਤਰੀਆਂ ਹੁੰਦੀਆਂ ਸੁਚੱਜੀਆਂ, ਉਹਨਾਂ ਨੂੰ ਪਤਾ ਕਿ ਥੋੜ੍ਹੇ ਸਮੇਂ ਬਾਅਦ ਇਹ ਜਿਹੜੀ ਹਨੇਰੀ ਚੱਲ ਰਹੀ ਹੈ ਇਹਦੇ ਵਿੱਚ ਮਿੱਟੀ ਘੱਟਾ ਵੱਧ ਜਾਣਾ ਹੈ, ਤਾਂ ਘਰਾਂ ਦੇ ਅੰਦਰ ਕੂੜਾ ਦਾਖਲ ਹੋ ਜਾਏਗਾ। ਉਹ ਹਨੇਰੀ ਦੇ ਚੱਲਣ ਤੋਂ ਪਹਿਲਾਂ ਹੀ ਦਰਵਾਜ਼ੇ ਪਰਦੇ ਆਦਿਕ ਸਾਰੇ ਚੰਗੀ ਤਰੀਕੇ ਨਾਲ ਸੈੱਟ ਕਰ ਦਿੰਦੇ ਨੇ ਤਾਂ ਕਿ ਕੂੜਾ ਅੰਦਰ ਨਾ ਦਾਖਲ ਹੋਵੇ। ਜਦੋਂ ਤੱਕ ਜੋਬਨ ਅਵਸਥਾ ਦੇ ਵਿੱਚ ਆ ਕੇ ਵਿਕਾਰਾਂ ਦਾ ਦਖਲ ਵਧਣਾ ਹੈ, ਜੇ ਉਸ ਤੋਂ ਪਹਿਲਾਂ ਹੀ ਜੀਵਨ ਨੂੰ ਸ਼ੁੱਧ ਸਰੂਪ ਦੇ ਵਿੱਚ ਸੰਭਾਲਿਆ ਜਾਵੇ ਤਾਂ ਵਿਕਾਰਾਂ ਦਾ ਕੀ ਦਖਲ ਰਹੇਗਾ। ਇਸ ਕਰਕੇ ਦੁਨੀਆ ਭਰ ਦੇ ਸਿਆਣਿਆਂ ਨੇ ਕਿਹਾ ਕਿ ਗਰਭ ਕਾਲ ਦਾ ਅਤੇ ਜੀਵਨ ਦੀ ਪਹਿਲੀ ਅਵਸਥਾ ਦਾ ਬੱਚਾ ਜਿਹੜਾ ਹੈ ਉਹ ਬ੍ਰਹਮ ਗਿਆਨੀ ਹੁੰਦਾ। ਵੱਖਰੀ ਗੱਲ ਹੈ, ਬੰਦਾ ਇਸ ਗੱਲ ਦੀ ਸੰਭਾਲ ਹੀ ਨਹੀਂ ਕਰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮਨ ਤਉ ਮੈਗਲ ਹੋਏ ਰਹਿਓ। ਹੁਣ ਬੱਚੇ ਲਈ ਭਗਤ ਹੋਣਾ ਆਸਾਨ ਹੈ, ਬੱਚੇ ਲਈ ਭਗਤ ਹੋਣਾ ਜ਼ਿਆਦਾ ਆਸਾਨ ਹੈ, ਕਿਉਂਕਿ ਉਹਦੀ ਅਜੇ ਕੋਈ ਵੀ ਇਬਾਰਤ ਨਹੀਂ ਘੜੀ ਗਈ, ਜੀਵਨ ਅਜੇ ਉਹਦਾ ਅਣਘੜਿਆ ਹੈ। ਅਸੀਂ ਜਦੋਂ ਤੱਕ ਸਾਧ ਸੰਗਤ ਵਿੱਚ ਆਉਂਦੇ ਹਾਂ ਉਦੋਂ ਤੱਕ ਸਾਡਾ ਜੀਵਨ ਬੜੇ ਹੀ ਕਾਰਨਾਂ ਦੇ ਨਾਲ ਭਰ ਜਾਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮਨ ਤਉ ਮੈਗਲ ਹੋਏ ਰਹਿਓ, ਨਿਕਸੋ ਕਿਉਂ ਕਹਿ ਜਾਏ। ਇਸ ਕਰਕੇ ਜਿਹੜਾ ਮਨ, ਹੁਣ ਬੱਚੇ ਦੇ ਭਾਵ ਸ਼ੁੱਧ ਨੇ, ਭਾਵ ਸ਼ੁੱਧ ਕਰਕੇ ਫਿਰ ਉਹਦੇ ਅੰਦਰ ਦਾ ਸਾਰਾ ਜੀਵਨ ਦੀ ਅਵਸਥਾ ਘੜੀ ਜਾਂਦੀ ਹੈ। ਕਦੇ ਇਸ ਗੱਲ ਦਾ ਅਨੁਭਵ ਮੰਨਣਾ ਹੋਵੇ ਤਾਂ ਕਦੇ ਆਪਣੇ ਬਚਪਨ 'ਤੇ ਝਾਤ ਮਾਰ ਕੇ ਦੇਖਣਾ, ਜਿਨ੍ਹਾਂ ਦਾ ਬਚਨ ਗੁਰਮਤਿ ਦੇ ਅਨੁਸਾਰ ਰਿਹਾ, ਥੋੜ੍ਹਾ ਕਿਸੇ ਦਾ ਨਹੀਂ ਰਹਿੰਦਾ। ਹੁਣ ਮੈਂ ਕੱਲ੍ਹ ਪਰਸੋਂ ਹੀ ਇੱਕ ਵਾਕ ਨੂੰ ਵਾਚ ਰਿਹਾ ਸਾਂ ਕਿ ਇੱਕ ਮਾਤਾ ਬੱਚੇ ਨੂੰ ਸਰੀਰਕ ਜੀਵਨ ਤਾਂ ਪੂਰਾ ਦੇ ਦਿੰਦੀ ਹੈ, ਉਹਨੂੰ ਅਧਿਆਤਮਿਕ ਜੀਵਨ ਦੇ ਲਵੇ, ਐਸੀ ਮਾਤਾ ਮੇਰੇ ਦੇਖਣ 'ਚ ਅਜੇ ਤੱਕ ਨਹੀਂ ਆਈ ਕਿ ਉਹਨੂੰ ਇੰਨੀ ਫਿਕਰ ਹੋਵੇ ਆਪਣੇ ਬੱਚੇ ਦੇ ਅੰਤਰ ਮਨ ਦੀ, ਬੱਚੇ ਦੇ ਚਿੱਤ ਦੀ, ਬੱਚੇ ਦੀ ਸੁਰਤ ਦੀ, ਬੱਚੇ ਦੇ ਸਰੀਰਕ ਸਾਧਨਾ ਦੀ ਇੰਨੀ ਚਿੰਤਾ ਹੋਵੇ। ਐਸੀ ਮਾਤਾ ਅਜੇ ਤੱਕ ਦੇਖਣ 'ਚ ਨਹੀਂ ਆਈ। ਹੋ ਸਕਦਾ ਹੋਵੇ ਵੀ, ਮੈਂ ਇਸ ਗੱਲ ਤੋਂ ਇਨਕਾਰੀ ਨਹੀਂ, ਪਰ ਐਡੀ ਸਸ਼ਕਤ ਨਹੀਂ ਲੱਭੀ ਕਿ ਜਿਹੜੇ ਬੱਚੇ ਆਪਣੇ ਦਾ ਅਧਿਆਤਮਿਕ ਜੀਵਨ ਦਾ ਨਿਰਮਾਣ ਕਰਨਾ ਚਾਹਵੇ। ਹੁਣ ਜਿਹੜੀਆਂ ਇਤਿਹਾਸ 'ਚ ਪ੍ਰਮਾਣ ਪਏ ਨੇ ਉਹ ਸਾਡੇ ਲਈ ਬੜੇ ਸਾਜ਼ਗਾਰ ਨੇ। ਬਾਬਾ ਫਰੀਦ ਸਾਹਿਬ ਦੀ ਮਾਤਾ ਗਿਆਨੀ ਨਹੀਂ ਸੀ ਜਾਂ ਬਹੁਤ ਵੱਡੀ ਵਿਦਵਾਨ ਨਹੀਂ ਸੀ, ਪਰ ਉਹ ਬੰਦਗੀ ਦੀ ਮੂਰਤ ਸੀ, ਅਤੇ ਉਹਨੇ ਬੰਦਗੀ ਦੀ ਮੂਰਤ ਦੇ ਵਿੱਚੋਂ ਬੰਦਗੀ ਦਾ ਹੀ ਜਿਹੜਾ ਜੀਵਨ ਹੈ ਉਹ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਬਚਪਨ ਰੂਪ ਦੇ ਵਿੱਚ ਘੜਨਾ ਚਾਹਿਆ, ਅਤੇ ਇੰਨਾ ਵੱਡਾ ਘੜਿਆ ਕਿ ਉਹਨਾਂ ਦਾ ਨਾਮ ਹੀ ਸ਼ਕਰਗੰਜ ਹੋ ਗਿਆ। ਆਰੰਭ ਕਿੱਥੋਂ ਹੋਇਆ ਕਿ ਬੱਚੇ ਆਪਣੇ ਨੂੰ ਦੀ ਸ਼ੱਕਰ ਦੀ ਪੁੜੀ ਦੇ ਨਾਲ ਬੰਦਗੀ ਵਾਲੇ ਪਾਸੇ ਲਾਉਣਾ ਚਾਹਿਆ ਉਹਨਾਂ ਦੀ ਮਾਤਾ ਨੇ,
ਪਰ ਦੇਖੋ ਆਖਰ ਬੰਦਗੀ ਦੀ ਮਿਠਾਸ ਉਹਨਾਂ ਦੇ ਜੀਵਨ ਵਿੱਚ ਇੰਨੀ ਵੱਧ ਗਈ, ਬਾਬਾ ਫਰੀਦ ਸਾਹਿਬ ਜੀ ਦੇ ਨਾਮ ਦੇ ਨਾਲ, ਉਹਨਾਂ ਦੇ ਨਾਮ ਨਾਲ ਸ਼ਕਰਗੰਜ ਲੱਗਣ ਲੱਗ ਪਿਆ। ਭਾਵ ਕਿ ਮਿਠਾਸ ਦਾ ਖਜ਼ਾਨਾ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਤਉ ਮੈਗਲ ਹੋਏ ਰਹਿਓ। ਇਸ ਕਰਕੇ ਰੋਜ਼ਾਨਾ ਦੀ ਸਾਧ ਸੰਗਤ ਤਾਂ ਕਰਕੇ ਹੈ ਕਿ ਜਿਹੜਾ ਮਨ ਦੁਨਿਆਵੀ ਜਾਂ ਸੰਸਾਰ ਜਾਂ ਮਾਇਆ ਦੇ ਪ੍ਰਭਾਵ ਨਾਲ ਬੜਾ ਭਾਰਾ ਹੋ ਗਿਆ ਹੈ, ਇਹਨੂੰ ਫਿਰ ਹੌਲਾ ਕਰਨਾ ਅਤੇ ਬਾਰੀਕ ਕਰਨਾ ਹੈ ਤਾਂ ਕਿ ਮੁਕਤ ਦੁਆਰ ਦੇ ਵਿੱਚੋਂ ਗੁਜ਼ਰ ਜਾਵੇ। ਕਬੀਰ ਐਸਾ ਸਤਿਗੁਰ ਜੇ ਮਿਲੇ, ਤੁਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ। ਤਾਂ ਹੁਣ ਇਹ ਪਹਿਲਾ ਅਨੁਭਵ ਪੇਸ਼ ਕੀਤਾ। ਹੁਣ ਅਨੁਭਵ ਦਾ ਅਗਲਾ ਰੂਪ ਭਗਤ ਕਬੀਰ ਸਾਹਿਬ ਜੀ ਪੇਸ਼ ਕਰਦੇ ਹਨ। ਕਬੀਰ ਐਸਾ ਸਤਿਗੁਰ ਜੇ ਮਿਲੇ, ਜੇ ਅਜਿਹਾ ਸਤਿਗੁਰੂ ਮਿਲ ਜਾਵੇ, ਤੁਠਾ ਕਰੇ ਪਸਾਓ, ਅਤੇ ਉਹਦੀ ਮਿਹਰਾਮਤ, ਉਹਦੀ ਕਿਰਪਾ ਸਾਡੇ ਜੀਵਨ ਦੇ ਉੱਪਰ ਹੋ ਜਾਵੇ, ਤਾਂ ਜਿਹੜਾ ਮੁਕਤੀ ਦਾ ਦੁਆਰ ਇੰਨਾ ਬਰੀਕ ਕਿਹਾ ਜਾਂਦਾ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਮੋਕਲਾ, ਉਹ ਆਰਾਮਦਾਇਕ ਹੋ ਸਕਦਾ, ਥੋੜ੍ਹਾ ਖੁੱਲ੍ਹਾ ਹੋ ਸਕਦਾ ਹੈ। ਸਹਿਜੇ ਆਵੋ ਜਾਓ, ਅਤੇ ਜਿਹਦੇ ਨਾਲ ਸਹਿਜੇ ਹੀ ਆਰ ਪਾਰ ਲੰਘਿਆ ਜਾ ਸਕਦਾ। ਜੇ ਪੂਰਾ ਗੁਰੂ ਮਿਲ ਜਾਵੇ ਤਾਂ ਉਹ ਜਿਹੜਾ ਮੁਕਤੀ ਦਾ ਦੁਆਰਾ ਬਰੀਕ ਕਿਹਾ ਜਾਂਦਾ ਹੈ ਉਹ ਸਹਿਜ ਹੋ ਜਾਂਦਾ ਹੈ। ਜਿਵੇਂ ਮੁਕਤੀ ਪਹਿਲਾਂ ਦੇ ਭਗਤ ਕਬੀਰ ਸਾਹਿਬ ਜੀ ਦੇ ਸਮੇਂ ਦੇ ਅਨੁਭਵ ਦੇ ਵਿੱਚ ਮੁਕਤੀ ਬਾਰੇ ਕੀ ਕਿਹਾ ਜਾਂਦਾ ਸੀ? ਘਰ ਦਾ ਤਿਆਗ ਕਰ ਦਿਓ, ਦੇਹ ਨੂੰ ਬਹੁਤ ਸਾਰੀ ਯਾਤਨਾਵਾਂ ਦੇ ਕੇ ਸਾਧੋ, ਯੋਗ ਆਸਣ ਪ੍ਰਕਿਰਿਆਵਾਂ ਕਰਕੇ, ਇਸੇ ਪ੍ਰਕਾਰ ਮਨ ਦਾ ਬੜਾ ਸਖਤ ਚਿੰਤਨ ਕਰੋ, ਬੜੇ ਪ੍ਰਕਾਰ ਕਰਕੇ ਬੜੀ ਔਖੀ ਸਾਧਨਾ ਕਿਹਾ ਜਾਂਦਾ ਸੀ। ਤਾਂ ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਪੂਰਨ ਸਤਿਗੁਰੂ ਮਿਲ ਜਾਵੇ ਤਾਂ ਮੁਕਤੀ ਦਾ ਦੁਆਰਾ ਸੌਖਾ ਹੋ ਜਾਂਦਾ, ਮੋਕਲਾ ਹੋ ਜਾਂਦਾ। ਹੁਣ ਮੁਕਤੀ ਦਾ ਦੁਆਰਾ ਸਤਿਗੁਰੂ ਦੇ ਮਿਲਣ ਨਾਲ ਕਿਵੇਂ ਸਹਿਜ ਹੋ ਜਾਂਦਾ ਹੈ। ਜੇ ਹੁਣ ਨਾ ਜਿਵੇਂ ਮੁਕਤੀ ਦੇ ਸਰੂਪ ਦੀ ਗੱਲ ਕਰਦੇ ਹਾਂ, ਜੇ ਆਪ ਜੀ ਵੱਖੋ ਵੱਖ ਧਰਮਾਂ ਦੇ ਵਿੱਚ ਵਾਚੋ ਤਾਂ ਬੁੱਧ ਧਰਮ ਦੇ ਵਿੱਚ ਇੱਕ ਸਿਧਾਂਤ ਮਿਲਦਾ ਪ੍ਰਤਿਤਯ ਸਮੁਤਪਾਦ। ਉਹਦੇ ਅੱਗੇ 16 ਸੂਤਰ ਨੇ, 16 ਸੂਤਰਾਂ ਦੇ ਅੱਗੇ ਫਿਰ ਅੱਗੇ ਕਈ ਸੂਤਰ ਨੇ। ਉਹਦੇ ਵਿੱਚ ਦੱਸਿਆ ਗਿਆ ਕਿ ਮਨੁੱਖ ਆਪਣੀ ਵਾਸ਼ਨਾ ਤੋਂ ਕਿਵੇਂ ਮੁਕਤ ਹੋਵੇ, ਮਨੁੱਖ ਆਪਣੇ ਮਨ ਦੇ ਮਾਇਆ ਵਾਲੇ ਪ੍ਰਭਾਵ ਤੋਂ ਕਿਵੇਂ ਮੁਕਤ ਹੋਵੇ, ਮਨੁੱਖ ਆਪਣੇ ਖਿਆਲਾਂ ਨੂੰ ਕਿਵੇਂ ਵਸ਼ ਕਰੇ, ਮਨੁੱਖ ਆਪਣੇ ਦੇਹ ਨੂੰ ਸੰਜਮ ਦੇ ਵਿੱਚ ਕਿਵੇਂ ਲਿਆਵੇ। ਇਵੇਂ ਦੀ ਸਾਰੀ ਸਾਧਨਾ ਦੱਸੀ ਹੈ। ਅਗਰ ਉਹਨੂੰ ਬੰਦਾ ਬਹੁਤ, ਪਹਿਲੀ ਗੱਲ ਤਾਂ ਪੜ੍ਹਨ ਦੇ ਵਿੱਚ ਬੜੀ ਕਠਿਨ ਹੈ, ਜੇ ਪੜ੍ਹ ਕੇ ਉਹਨੂੰ ਕਠਿਨ ਕਰਕੇ ਦ੍ਰਿੜ ਕਰ ਵੀ ਲਵੇ ਅਤੇ ਜਦੋਂ ਉਦੋਂ ਅਭਿਆਸ ਵਿੱਚ ਲਿਆਉਣਾ ਉਦੋਂ ਬਹੁਤ ਜ਼ਿਆਦਾ ਕਠਿਨ ਹੋ ਜਾਏਗੀ। ਇਸੇ ਪ੍ਰਕਾਰ ਜੈਨ ਧਰਮ ਦੇ ਵਿੱਚ ਹੈ, ਮਤਲਬ ਸਾਰੇ ਧਰਮਾਂ ਦੇ ਵਿੱਚ ਮੁਕਤੀ ਦਾ ਸਰੂਪ ਬੜਾ ਕਠਿਨ ਹੈ। ਤਾਂ ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਸਤਿਗੁਰ ਜੇ ਮਿਲੇ। ਹੁਣ ਜਦੋਂ ਪੂਰਨ ਸਤਿਗੁਰੂ ਮਿਲਦਾ ਤਾਂ ਉਹ ਇਸ ਭੇਦ ਨੂੰ ਸਹਿਜਾ ਕਰ ਦਿੰਦਾ, ਸਹਿਲ ਕਰ ਦਿੰਦਾ। ਕਿਵੇਂ? ਹੁਣ ਸਾਡੀ ਸਮੱਸਿਆ ਹੈ ਕਿ ਸਾਡਾ ਮਨ ਵਿਕਾਰਾਂ ਦੇ ਵਿੱਚ ਗ੍ਰਸਤ ਹੈ, ਤਾਂ ਪੂਰਨ ਸਤਿਗੁਰੂ ਕੀ ਕਰਦੇ ਹਨ? ਕਹਿੰਦੇ ਕਿ ਇਸ ਖਿਆਲ ਨੂੰ ਪਹਿਲਾਂ ਛੱਡ ਦੇ ਕਿ ਮੇਰਾ ਮਨ ਵਿਕਾਰਾਂ ਵਿੱਚ ਗ੍ਰਸਤ ਹੈ। ਵਿਕਾਰਾਂ ਵਿੱਚ ਤਾਂ ਗ੍ਰਸਤ ਹੋ ਚੁੱਕਾ ਹੈ, ਇੱਕ ਹਾਲਤ ਤਾਂ ਪੂਰੀ ਹੋ ਚੁੱਕੀ ਹੈ। ਹੁਣ ਇਸ ਹਾਲਤ ਦੀ ਚਿੰਤਾ ਚੁੱਕੀ ਫਿਰਨਾ ਜਾਂ ਚਿੰਤਾ ਕਰੀ ਜਾਣੀ ਇਹ ਵਿਅਰਥ ਹੈ। ਇਸ ਕਰਕੇ ਪੂਰਨ ਸਤਿਗੁਰੂ ਕਹਿੰਦਾ ਕਿ ਤੂੰ ਪਹਿਲਾਂ ਕੀਰਤਨ ਦੇ ਵਿੱਚ ਡੁੱਬਣਾ ਸ਼ੁਰੂ ਕਰ, ਪਹਿਲਾਂ ਕੀਰਤਨ ਦੇ ਵਿੱਚ ਆਪਣੀ ਸੁਰਤ ਨੂੰ ਲੀਨ ਕਰਨਾ ਸ਼ੁਰੂ ਕਰ। ਜਦੋਂ ਮਨੁੱਖ ਕੀਰਤਨ ਦੇ, ਹੁਣ ਅਸਲ 'ਚ ਸਾਡੀ ਇੱਕ ਹੋਰ ਸਮੱਸਿਆ ਹੈ, ਸਾਡੇ ਕੋਲ ਕਿਸੇ ਗੱਲ ਦਾ ਅਨੁਭਵ ਨਹੀਂ ਹੁੰਦਾ। ਅਸੀਂ ਕਥਾ ਵੀ ਸੁਣਦੇ ਹਾਂ, ਕੀਰਤਨ ਵੀ ਸੁਣਦੇ ਹਾਂ, ਬਾਹਰ ਜਾ ਕੇ ਕਿਸੇ ਬੰਦੇ ਨੂੰ ਪੁੱਛ ਲਿਆ ਜਾਵੇ ਕਿ 1-2 ਲਾਈਨਾਂ ਦੇ ਵਿੱਚ ਆਪਣਾ ਅਨੁਭਵ ਦੱਸ, ਉਹ ਨਹੀਂ ਦੱਸ ਸਕੇਗਾ। ਮੈਂ ਬਹੁਤ ਵਾਰੀ ਦੇਖਿਆ ਇਸ ਤਰ੍ਹਾਂ ਦਾ। ਜਾਣ ਬੁੱਝ ਕੇ ਪੁੱਛਿਆ ਜੀ 45 ਮਿੰਟ ਕਥਾ ਸੁਣੀ ਹੈ, ਕੋਈ ਇੱਕ ਅਨੁਭਵ ਦੱਸੋ, ਕੋਈ ਅਨੁਭਵ ਨਹੀਂ ਹੈ। ਕਿਉਂਕਿ ਅਚੇਤ ਤਾਂ ਬੈਠੇ ਹੁੰਦੇ ਆ, ਸਾਨੂੰ ਕੀ ਪਤਾ ਕਿੰਨੀ ਸੀਰੀਅਸ ਗੱਲ ਕਿਸ ਰੂਪ ਦੇ ਵਿੱਚ ਹੋ ਰਹੀ ਹੈ, ਜਾਂ ਗੁਰੂ ਸਾਹਿਬ ਸਾਨੂੰ ਕਿੰਨਾ ਡੀਪ ਲਿਜਾ ਰਹੇ ਨੇ। ਹੁਣ ਕੀਰਤਨ ਦੇ ਵਿੱਚ ਡੁੱਬਣਾ ਕੀ ਹੁੰਦਾ ਹੈ? ਕੀਰਤਨ ਦੇ ਵਿੱਚ ਜਿਵੇਂ ਉਦਾਹਰਨ ਦੇ ਤੌਰ 'ਤੇ ਬੰਦਾ ਸਰੋਵਰ ਵਿੱਚੋਂ ਡੁਬਕੀ ਲਗਾ ਕੇ ਬਾਹਰ ਆਇਆ ਹੋਵੇ, ਬਿਲਕੁਲ ਆ ਕੇ ਬਾਹਰ ਖਲੋ ਜਾਏ ਅਤੇ ਖਲੋ ਜਾਵੇ, ਕੇਵਲ ਉਹਦੇ ਸਰੀਰ ਤੋਂ ਪਾਣੀ ਉਤਰਦਿਆਂ ਕੇਵਲ 4-5 ਮਿੰਟ ਦਾ ਸਮਾਂ ਲੱਗ ਜਾਏਗਾ ਜਦੋਂ ਪੂਰੀ ਤਰ੍ਹਾਂ ਉਹਦੇ ਤਨ ਤੋਂ ਪਾਣੀ ਸੁੱਕਣਾ ਹੈ। ਇੱਕ ਬੰਦਾ ਕੀਰਤਨ ਦੇ ਵਿੱਚ ਡੁੱਬਿਆ ਹੈ ਅਤੇ ਉਹਦੇ ਡੁੱਬਣ ਦਾ ਭਾਵ ਕੀ ਹੈ ਕਿ ਜੇ ਉਹਨੂੰ ਦਵੈਤ ਵਾਲੀ ਜਾਂ ਕਿਸੇ ਵਕਾਰ ਵਾਲੀ ਹਾਲਤ ਦੇ ਵਿੱਚ ਫਸਣਾ ਵੀ ਪਵੇ ਅਤੇ ਉਹਨੂੰ ਸਮਾਂ ਲੱਗਦਾ ਹੈ, ਅਤੇ ਸਮਾਂ ਲੱਗਣ ਦੇ ਵਿੱਚ ਹੀ ਉਹਦੀ ਸੰਭਾਲ ਹੋ ਜਾਂਦੀ ਹੈ। ਤਾਂ ਕੀਰਤਨ ਦੇ ਵਿੱਚ ਡੁੱਬਿਆ ਹੋਇਆ ਜੀਵਨ ਹੀ ਆਪਣੇ ਆਪ ਦੀ ਵਕਾਰਾਂ ਤੋਂ ਸੰਭਾਲ ਕਰ ਸਕਦਾ। ਹੁਣ ਗੱਲ ਕੀ ਹੈ ਕਿ ਅਸੀਂ ਉਹਨਾਂ ਖੁੱਭ ਕੇ ਨਹੀਂ ਕਰਦੇ। ਤਾਂ ਭਗਤ ਕਬੀਰ ਸਾਹਿਬ ਜੀ ਇਸੇ ਪ੍ਰਕਾਰ ਕਹਿੰਦੇ ਐਸਾ ਸਤਿਗੁਰ ਜੇ ਮਿਲੈ ਤੁਠਾ ਕਰੇ ਪਸਾਓ। ਤਾਂ ਸਤਿਗੁਰੂ ਪਹਿਲਾਂ ਸਾਡੀ ਦੇਹ ਨੂੰ ਨਾਮ ਰਸ ਦੇ ਨਾਲ ਮਜ਼ਬੂਤ ਕਰਦੇ ਨੇ, ਦੇਹ ਦੇ ਭਾਵਾਂ ਨੂੰ।
ਕਿ ਜਦੋਂ ਅਸੀਂ ਕੀਰਤਨ ਸੁਣਦੇ ਆ ਨਾ ਤਾਂ ਕੀਰਤਨ ਦੇ ਨਾਲ ਸਾਡੇ ਅੰਦਰ ਨਾਮ ਰਸ ਦਾ ਅਨੁਭਵ ਪ੍ਰਗਟਣਾ ਸ਼ੁਰੂ ਹੁੰਦਾ। ਨਾਮ ਰਸ ਦਾ ਭਾਵ ਕਿ ਜਿਹੜੇ ਮਾਇਆ ਦੇ ਬਿਖਮਈ ਖਿਆਲ ਨੇ ਉਹ ਹਟਣੇ ਸ਼ੁਰੂ ਹੋ ਜਾਂਦੇ ਨੇ ਅਤੇ ਮਨ ਆਪਣੀ ਸ਼ੁੱਧ ਹਾਲਤ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ। ਜਿਵੇਂ ਆਮ ਇਹਨੂੰ ਸਰਲ ਜਿਹਾ ਮਹਿਸੂਸ ਕਰਨਾ ਹੋਵੇ ਕਿ ਬੰਦਾ ਬਾਣੀ ਪੜ੍ਹਦਾ, ਕੀਰਤਨ ਸੁਣਦਾ, ਕਥਾ ਸੁਣਦਾ, ਤਾਂ ਉਸ ਤੋਂ ਬਾਅਦ ਉਹਦੇ ਕੁਦਰਤੀ ਤੌਰ 'ਤੇ ਉਹਦੇ ਅੰਦਰ ਇੱਕ ਖਿਆਲ ਆਉਂਦਾ ਨਾ ਕਿ ਮੈਂ ਚੰਗਾ ਜਿਹਾ ਕਰਮ ਕੀਤਾ ਹੈ, ਇਸ ਤਰ੍ਹਾਂ ਦਾ ਖਿਆਲ ਜਿਹਾ ਆਉਂਦਾ ਹੈ। ਇਹ ਖਿਆਲ ਆਉਣ ਦਾ ਮਤਲਬ ਇਹ ਹੈ ਕਿ ਬੰਦਾ ਆਪਣੇ ਸ਼ੁੱਧ ਜੀਵਨ ਵੱਲ ਵਧਿਆ ਥੋੜ੍ਹਾ ਬਹੁਤ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਸਤਿਗੁਰ ਜੇ ਮਿਲੈ। ਫਿਰ ਸਤਿਗੁਰੂ ਕੀਰਤਨ ਦੁਆਰਾ ਪਹਿਲਾਂ ਸਾਡੀ ਦੇਹ ਨੂੰ ਇੰਨੀ ਸਮਰੱਥ ਬਣਾਉਂਦੇ ਹਨ ਕਿ ਉਹ ਗਿਆਨ ਦੇ ਜਿਹੜੇ ਉਪਦੇਸ਼ ਨੇ ਉਹਨਾਂ ਨੂੰ ਧਾਰਨ ਕਰਨ ਦੇ ਯੋਗ ਹੋ ਸਕੇ। ਫਿਰ ਉਸ ਤੋਂ ਬਾਅਦ ਕਥਾ ਦੁਆਰਾ ਜਿਹੜੇ ਗਿਆਨ ਦੇ ਸੂਤਰ ਬਖਸ਼ੇ ਜਾਂਦੇ ਹਨ, ਫਿਰ ਜਿਹੜਾ ਬੁੱਧੀ ਉਹਨਾਂ ਨੂੰ ਸਮਝਦੀ ਹੈ ਵਿਵੇਕ ਸਹਿਤ ਅਤੇ ਫਿਰ ਆਪਣੇ ਜੀਵਨ ਦਾ ਕਰਮ ਬਣਾਉਂਦੀ ਹੈ। ਤਾਂ ਫਿਰ ਇਸੇ ਤਰ੍ਹਾਂ ਫਿਰ ਸਤਿਗੁਰੂ ਸੇਵਾ ਦੀ ਕਾਰ ਦਿੰਦੇ ਹਨ, ਜਪ ਦੀ ਕਾਰ ਦਿੰਦੇ ਹਨ ਅਤੇ ਫਿਰ ਬੜੇ ਸਹਿਜ ਦੇ ਨਾਲ ਮਨੁੱਖ ਦਾ ਜੀਵਨ ਮੁਕਤ ਹੋ ਜਾਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸਾ ਸਤਿਗੁਰ ਜੇ ਮਿਲੈ ਤੁਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ। ਕਿ ਪੂਰਨ ਸਤਿਗੁਰੂ ਕਹਿੰਦੇ ਨੇ ਰਸਨਾ ਹੈ ਪ੍ਰਭੂ ਦੇ ਨਾਲ ਗੁਣ ਗਾਇਨ ਕਰ, ਨੇਤਰ ਹੈ ਗੁਰੂ ਕਾ ਦਰਸ਼ਨ ਦੇਖ, ਸ਼ਰਵਣ ਹੈ ਗੁਰੂ ਕਾ ਜਸ ਸ਼ਰਵਣ ਕਰ, ਚੱਲਣ ਦੀ ਸਮਰੱਥਾ ਹੈ ਗੁਰੂਦੁਆਰ ਵਾਲੇ ਪਾਸੇ ਚੱਲ ਕੇ ਜਾਂ ਹੱਥਾਂ ਦੇ ਨਾਲ ਕਰਨ ਦੀ ਸਮਰੱਥਾ ਹੈ, ਸੇਵਾ ਦੇ ਉਦਮ ਵਿੱਚ ਲੱਗ। ਅਤੇ ਇਸੇ ਪ੍ਰਕਾਰ ਤੇਰੀ ਸਾਰੀ ਦੇਹ ਹੀ ਸਫਲ ਹੋ ਜਾਏਗੀ। ਜਦੋਂ ਦੇਹ ਸਫਲ ਹੋ ਗਈ ਤਾਂ ਤੂੰ ਮੁਕਤ ਸਰੂਪ ਹੋ ਜਾਏਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੁਕਤ ਦੁਆਰਾ ਮੋਕਲਾ। ਹੁਣ ਜੇ ਅਸੀਂ ਰੋਜ਼ਾਨਾ ਦੀ ਕਥਾ ਪੂਰੀ ਸੀਰੀਅਸ ਹੋ ਕੇ ਸੁਣੀਏ ਨਾ, ਮੈਂ ਕਿਸੇ ਦਿਨ ਐਸਾ ਅਨੁਭਵ ਬਣਾ ਰਿਹਾ ਸਾਂ ਕੁਦਰਤੀ, ਕਿ ਜੇ ਮਨੁੱਖ ਜਿਵੇਂ ਕੁਦਰਤੀ ਤੌਰ 'ਤੇ ਇੱਕ ਕਲਾਸ 1 ਸਾਲ ਦੇ ਵਿੱਚ ਪਾਸ ਹੋ ਜਾਂਦੀ ਹੈ ਅਤੇ ਬੰਦੇ ਨੇ ਆਪਣੇ ਮਨ ਦੀ ਪੂਰਬਲੀ ਹਾਲਤ ਨੂੰ ਜਾਣਨਾ ਅਤੇ ਉਹਦਾ ਗਿਆਨ ਘੜਨਾ ਹੋਵੇ ਤਾਂ ਅਗਰ 4-5 ਮਹੀਨੇ ਦੀ ਉਹਦੀ ਸੰਗਤ ਹੋਵੇ ਤਾਂ ਉਹ ਬੜੇ ਵਿਸਥਾਰ ਕਰਕੇ ਜਾਣ ਸਕਦਾ ਅਤੇ ਉਹਦੇ ਤੋਂ ਪਾਰ ਪੈ ਸਕਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਮੁਕਤ ਦੁਆਰਾ ਮੋਕਲਾ। ਜਿਹੜੀ ਮੁਕਤੀ ਦਾ ਮਾਰਗ ਬੜਾ ਔਖਾ ਕਿਹਾ ਜਾਂਦਾ, ਗੁਰਸਿੱਖਾਂ ਦੇ ਲਈ ਸੌਖਾ ਹੋ ਜਾਂਦਾ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲਿਵਲੀਨ ਹੋ ਕੇ ਕੀਰਤਨ ਸੁਣਨਾ ਹੈ ਅਤੇ ਪੂਰੀ ਇਕਾਗਰ ਹੋ ਕੇ ਕਥਾ ਸ਼ਰਵਣ ਕਰਨੀ ਹੈ ਅਤੇ ਬਾਅਦ ਸਾਰਾ ਦਿਨ ਇਹ ਯਤਨ ਕਰਨਾ ਕਿ ਸੁਣਿਆ ਹੋਇਆ ਉਪਦੇਸ਼ ਕਮਾਇਆ ਜਾਵੇ, ਸੁਣਿਆ ਹੋਇਆ ਉਪਦੇਸ਼ ਦ੍ਰਿੜ ਕੀਤਾ ਜਾਵੇ। ਅਤੇ ਇਸ ਕਰਕੇ ਦ੍ਰਿੜ ਕਰਨ ਦੇ ਲਈ ਆਪਣਾ ਨੇਮ ਦਾ ਇੱਕ ਹੋਰ ਅਭਿਆਸ ਬਣਾਓ ਕਿ ਰੋਜ਼ਾਨਾ ਬੈਠ ਕੇ ਸ਼ਬਦ ਵਿਚਾਰ ਦੇ ਅਨੁਸਾਰ ਜਿਉਣਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਹਿਜੇ ਆਵੋ ਜਾਵੋ, ਫਿਰ ਮੁਕਤੀ ਦਾ ਦੁਆਰ ਸਹਿਜ ਹੋ ਜਾਂਦਾ ਹੈ। ਕਬੀਰ ਨਾਮ ਮੋਹੇ ਸ਼ਾਨ ਨਾ ਛਾਪਰੀ, ਨਾਮ ਮੋਹੇ ਘਰ ਨਹੀਂ ਗਾਓ। ਤਾਂ ਇਸੇ ਪ੍ਰਕਾਰ ਹੁਣ ਭਗਤ ਕਬੀਰ ਸਾਹਿਬ ਦੀ ਬਖਸ਼ਿਸ਼ ਕਰਦੇ ਹਨ। ਕਬੀਰ ਨਾਮ ਮੋਹੇ ਸ਼ਾਨ, ਨਾ ਕੋਈ ਮੇਰੇ ਕੋਲ ਛੰਨ ਹੈ, ਨਾ ਛਪਰੀ ਹੈ, ਨਾ ਮੋਹੇ ਘਰ, ਨਾ ਕੋਈ ਮੇਰਾ ਘਰ ਹੈ, ਨਾ ਕੋਈ ਮੇਰਾ ਪਿੰਡ ਹੈ। ਇਸ ਗੱਲ ਦਾ ਕੀ ਭਾਵ ਹੈ? ਇਸ ਗੱਲ ਦਾ ਭਾਵ ਇਹ ਹੈ ਕਿ ਜਦੋਂ ਮਨੁੱਖ ਰੱਬੀ ਮਾਰਗ 'ਤੇ ਚੱਲਦਾ ਹੈ ਉਹਨੂੰ ਆਪਣਾ ਸਾਰਾ ਕੁਝ ਦਾ ਜਿਹੜਾ ਤਿਆਗ ਹੈ ਉਹਨੂੰ ਕਰਨਾ ਪੈਂਦਾ ਅਤੇ ਉਹਨੂੰ ਸਮਝਣਾ ਪੈਂਦਾ ਕਿ ਮੇਰਾ ਮੁਝ ਮੈਂ ਕਿਛ ਨਹੀਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਰੱਬੀ ਮਾਰਗ 'ਤੇ ਚੱਲਿਆ ਹਾਂ, ਮੈਂ ਆਪਣੇ ਜੀਵਨ ਨੂੰ ਪਰਮੇਸ਼ਰ ਦੀ ਕਿਰਪਾ ਵਾਲਾ ਬਣਾਉਣਾ ਸੀ। ਤਾਂ ਮੈਂ ਆਪਣੇ ਸਾਰੇ ਭਾਵ ਜਿਹੜੀ ਦੁਨਿਆਵੀ ਸੰਪਦਾ ਹੁੰਦੀ ਹੈ, ਛੰਨ ਛੱਪਰੀ ਮਹਿਲ ਮਾੜੀਆਂ ਦੇ ਰੂਪ ਵਿੱਚ, ਉਹ ਵੀ ਨਹੀਂ ਰੱਖੀ। ਨਾ ਮੋਹੇ ਘਰ, ਜਿਹੜਾ ਇਸ ਦੁਨੀਆ 'ਤੇ ਰਹਿਣ ਦਾ ਘਰ ਮੰਨਿਆ ਜਾਂਦਾ, ਮੈਂ ਉਹਨੂੰ ਘਰ ਵੀ ਨਹੀਂ ਮੰਨ ਰਿਹਾ। ਅਤੇ ਜਿਹੜਾ ਇਸ ਨਗਰ ਕਿਹਾ ਜਾਂਦਾ ਮੇਰਾ, ਮੈਂ ਉਹ ਨਗਰ ਵੀ ਨਹੀਂ ਮੰਨ ਰਿਹਾ। ਅਸਲ ਦੇ ਵਿੱਚ ਮੇਰਾ ਕੀ ਹੈ? ਮਤ ਹਰ ਪੂਛੈ ਕੌਣ ਹੈ, ਮੇਰੇ ਜਾਤ ਨਾ ਨਾਉ। ਕਹਿੰਦੇ ਮੈਂ ਆਪਣੀ ਜਾਤ, ਆਪਣਾ ਘਰ, ਆਪਣਾ ਨਗਰ ਸਾਰਾ ਕੁਝ ਛੱਡ ਦਿੱਤਾ ਹੈ ਤਾਂ ਕਰਕੇ ਕਿ ਲੋਕ ਮੈਨੂੰ ਇੰਨਾ ਕਰਕੇ ਜਾਣਨ ਹੀ ਨਾ। ਹੁਣ ਸਾਨੂੰ ਬਹੁਤੀ ਵਾਰੀ ਲੋਕ ਇਸੇ ਕਰਕੇ ਜਾਣਦੇ ਨੇ ਕਿ ਇਹਨਾਂ ਕੋਲ ਧਨ ਕਿੰਨਾ ਹੈ, ਮਕਾਨ ਕੈਸਾ ਹੈ, ਨਗਰ ਕਿਹੜਾ ਹੈ, ਜਾਤ ਕਿਹੜੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਇਹ ਸਾਰੀਆਂ ਜੀਵਨ ਦੀਆਂ ਵੰਡਾਂ ਛੱਡ ਚੁੱਕਾ ਹਾਂ ਤਾਂ ਕਿ ਮੈਨੂੰ ਇਹਦੇ ਵਿੱਚ ਕੋਈ ਜਾਣੇ ਨਾ, ਮੈਨੂੰ ਮੇਰੇ ਜੋਤ ਸਰੂਪ ਕਰਕੇ ਹੀ ਕੋਈ ਜਾਣੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਤ ਹਰ ਪੂਛੈ ਕੌਣ ਹੈ, ਮੇਰੇ ਜਾਤ ਨਾ ਨਾਉ। ਇਸੇ ਪ੍ਰਕਾਰ ਜਦੋਂ ਵੀ ਕੋਈ ਬੰਦਗੀ ਦੇ ਵਿੱਚ ਚੱਲ ਕੇ ਸਿਖਰ ਅਨੁਭਵ ਤੱਕ ਗਿਆ ਹੈ ਤਾਂ ਉਹਨੇ ਇਹ ਕਹਿ ਦਿੱਤਾ ਹੈ ਕਿ ਇਹ ਜਿਹੜੇ ਦੁਨਿਆਵੀ ਮਜ਼ਹਬ ਨੇ ਜਾਂ ਦੁਨਿਆਵੀ ਫਿਰਕੇ ਨੇ, ਜਿਹੜੇ ਧਰਮ ਦੇ ਨਾਂ 'ਤੇ ਬਣੇ ਹੋਏ ਚੱਲ ਰਹੇ ਨੇ, ਮੈਂ ਇਹਨਾਂ ਦੇ ਵਿੱਚ ਕਿਸੇ ਨਹੀਂ ਹਾਂ। ਜਾਪ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ, ਉਹਦੇ ਵਿੱਚ ਜ਼ਿਕਰ ਆਉਂਦਾ ਹੈ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਿਹਨ। ਜੇ ਉਹਦਾ ਭਾਵ ਕੀ? ਹੁਣ ਗੱਲ ਕੀ ਹੈ? ਹੁਣ ਅਸੀਂ ਵੀ ਜਿਵੇਂ ਧਰਮੀ ਹੈ, ਜਿਹੜਾ ਸਤਸੰਗੀ ਮਨੁੱਖ ਹੈ ਉਹ ਹੌਲੀ ਹੌਲੀ ਇਸ ਅਵਸਥਾ ਤੱਕ ਜਾਣਾ ਸ਼ੁਰੂ ਹੋ ਜੇ ਤਾਂ ਉਹਦਾ ਵਿਕਾਸ ਮੰਨਿਆ ਜਾਣਾ ਚਾਹੀਦਾ ਹੈ।
ਕਿ ਉਹ ਕਿਸੇ ਵਿਸ਼ੇਸ਼ ਵਰਗ ਨੂੰ ਪ੍ਰਵਾਨ ਨਾ ਕਰੇ, ਮਤਲਬ ਕਿ ਇਹ ਵਿਸ਼ੇਸ਼ ਹੈ, ਉਹਦੇ ਲਈ ਸਾਰੇ ਇੱਕੋ ਜਿਹੇ ਹੋ ਜਾਂਦੇ ਹਨ। ਜਿਵੇਂ ਆਕਾਸ਼ ਸਾਰਿਆਂ ਦੇ ਲਈ ਇੱਕੋ ਜਿਹਾ ਹੈ, ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹਦਾ ਅਨੁਭਵ ਸਿਖਰ ਤੱਕ ਪਹੁੰਚ ਗਿਆ। ਹੁਣ ਇਹ ਸ਼ਲੋਕ ਪਿਛਲੇ ਸ਼ਲੋਕ ਦੇ ਨਾਲ ਜੁੜਦਾ ਹੈ ਕਿ ਭਾਵ ਕਿ ਮੈਂ ਆਪਣਾ ਇਹ ਵੀ ਰੂਪ ਛੱਡ ਦਿੱਤਾ ਕਿ ਮੇਰਾ ਕੋਈ ਘਰ ਹੈ, ਮੇਰਾ ਮਕਾਨ ਹੈ, ਮੇਰੀ ਜਾਇਦਾਦ ਹੈ, ਜਾਂ ਮੇਰੀ ਕੋਈ ਜਾਤ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਸਾਰੇ ਭਾਵ ਛੱਡ ਦਿੱਤੇ ਨੇ, ਕੇਵਲ ਉਸੇ ਤਰ੍ਹਾਂ ਦਾ ਹੋ ਗਿਆ ਜਿਵੇਂ ਦਾ ਪੈਦਾ ਹੋਇਆ ਸਾਂ। ਜਿਵੇਂ ਦਾ ਪੈਦਾ ਹੋਣ ਦਾ ਮਤਲਬ ਕਿ ਭਾਵੇਂ ਜਿੱਡੀ ਵੱਡੀ ਮਰਜ਼ੀ ਕੁੱਲ ਵਿੱਚ ਬੱਚਾ ਪੈਦਾ ਹੋਇਆ ਹੋਵੇ, ਉਹਨੂੰ ਥੋੜ੍ਹਾ ਪਤਾ ਕਿ ਮੈਂ ਐਡੇ ਵੱਡੇ ਖਾਨਦਾਨ 'ਚ ਪੈਦਾ ਹੋ ਗਿਆ, ਐਡੀ ਵੱਡੀ ਅਮੀਰੀ ਵਿੱਚ ਪੈਦਾ ਹੋ ਗਿਆ, ਜਾਂ ਇੰਨੇ ਪੜ੍ਹਿਆਂ ਲਿਖਿਆਂ 'ਚ ਪੈਦਾ ਹੋ ਗਿਆ, ਉਹਨੂੰ ਕੁਝ ਨਹੀਂ ਪਤਾ, ਉਹ ਬਿਲਕੁਲ ਨਿਰਲੇਪ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਸਾਰਾ ਕੁਝ ਛੱਡ ਕੇ ਫਿਰ ਉਸੇ ਨਿਰਲੇਪ ਦੇ ਪੱਧਰ 'ਤੇ ਪਹੁੰਚ ਗਿਆ ਹਾਂ, ਤਾਂ ਕਰਕੇ ਪਹੁੰਚ ਗਿਆ ਹਾਂ ਕਿ ਮੇਰੇ ਜੀਵਨ ਦੀ ਮੁਕਤੀ ਹੋ ਸਕੇ। ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਹਰ ਕੈ ਦੁਆਰ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੁਣ ਮੈਂ ਜਦੋਂ ਸਾਰਾ ਕੁਝ ਛੱਡ ਚੁੱਕਾ ਹਾਂ, ਮੋਹਿ ਮਰਨੇ ਕਾ ਚਾਉ ਹੈ, ਮੈਨੂੰ ਮਰਨ ਦਾ ਚਾਅ ਹੈ, ਤਾਂ ਮੈਂ ਸੋਚਿਆ ਕਿ ਮਰੋ ਤਾਂ ਹਰ ਕੈ ਦੁਆਰ, ਕਿਉਂ ਨਾ ਪਰਮੇਸ਼ਰ ਦੇ ਦਰ 'ਤੇ ਮਰਿਆ ਜਾਵੇ। ਪਰਮੇਸ਼ਰ ਦੇ ਦਰ 'ਤੇ ਮਰਨ ਦਾ ਮਤਲਬ ਕਿ ਆਪਣਾ ਸਾਰਾ ਕੁਝ ਛੱਡ ਕੇ ਉਸ ਪਰਮੇਸ਼ਰ ਨੂੰ ਅਰਪਣ ਕਰ ਦਿੱਤਾ ਜਾਵੇ, ਅਤੇ ਉਹਦੇ ਦੁਆਰ 'ਤੇ ਬੈਠ ਕੇ ਭਾਵ ਕਿ ਉਹਨੂੰ ਜਿਹੜਾ ਜੀਵਨ ਭੇਟ ਕੀਤਾ ਹੈ ਉਹਦੇ ਵਿੱਚ ਚਲਦਿਆਂ ਚਲਦਿਆਂ ਹੀ ਜੀਵਨ ਜੀਵਿਆ ਜਾਵੇ। ਅਤੇ ਕਹਿੰਦੇ ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੈ ਬਾਰ। ਕਹਿੰਦੇ ਜਦੋਂ ਤੱਕ ਮੈਂ ਆਪਣੀ ਹੋਂਦ ਨਾਲ ਜਿਉਂਦਾ ਸਾਂ, ਆਪਣੀ ਹੋਂਦ ਨਾਲ ਜਿਉਣ ਦਾ ਮਤਲਬ ਇਹ ਹੈ ਕਿ ਮੈਂ ਜਦੋਂ ਸਮਝਦਾ ਸਾਂ ਕਿ ਮੈਂ ਇਸ ਜਾਤ ਦਾ ਹਾਂ, ਇਸ ਨਗਰ ਦਾ ਹਾਂ, ਕਹਿੰਦੇ ਉਦੋਂ ਤੱਕ ਕੋਈ ਨਹੀਂ ਸੀ ਪੁੱਛਦਾ। ਭਾਵ ਜਦੋਂ ਮੈਂ ਸਾਰੇ ਭਾਵ ਛੱਡ ਦਿੱਤੇ ਅਤੇ ਕੇਵਲ ਆਪਣੇ ਉੱਪਰ ਰੱਬੀ ਭਾਵ ਧਾਰਨ ਕਰ ਲਏ ਕਿ ਨਾ ਮੈਂ ਸਰੀਰ, ਨਾ ਮੇਰੀ ਜਾਤ, ਕੁਝ ਵੀ ਨਹੀਂ, ਤਾਂ ਕਹਿੰਦੇ ਜਦੋਂ ਇਸ ਭਾਵ ਦੇ ਵਿੱਚ ਮਰ ਜਾਵਾਂਗਾ ਪਰਮੇਸ਼ਰ ਦੇ ਦਰ 'ਤੇ, ਤਾਂ ਜਿਵੇਂ ਜਿਉਂਦੇ ਨੂੰ ਨਹੀਂ ਪੁੱਛਿਆ ਜਾਂਦਾ ਪਰ ਮਰੇ ਬਾਰੇ ਜ਼ਰੂਰ ਪੁੱਛਿਆ ਜਾਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਗਰ ਪਰਮੇਸ਼ਰ ਪੁੱਛ ਲਏਗਾ ਕਿ ਸਾਡੇ ਦੁਆਰ 'ਤੇ ਕੌਣ ਮਰਿਆ ਪਿਆ, ਤਾਂ ਲੋਕ ਕਹਿਣਗੇ ਜੀ ਨਾ ਤਾਂ ਸਾਨੂੰ ਇਹਦੀ ਜਾਤ ਪਤਾ ਹੈ, ਨਾ ਇਹਦਾ ਪਿੰਡ ਪਤਾ ਹੈ, ਨਾ ਇਹਦਾ ਘਰ ਪਤਾ ਹੈ, ਬਸ ਇੰਨਾ ਪਤਾ ਹੈ ਕਿ ਰਾਮ ਰਾਮ ਕਰਦਿਆਂ ਤੁਹਾਡੇ ਦੁਆਰ 'ਤੇ ਮਰ ਗਿਆ, ਬਾਵਰਾ ਜਿਹਾ ਸੀ। ਤਾਂ ਕਹਿੰਦੇ ਜਦੋਂ ਪਰਮੇਸ਼ਰ ਨੂੰ ਇਸ ਪ੍ਰਕਾਰ ਪੁੱਛੇਗਾ ਤੇ ਇਸ ਪ੍ਰਕਾਰ ਦੇ ਨਾਲ ਹੀ ਮੇਰੀ ਕਲਿਆਣ ਹੋ ਜਾਏਗੀ, ਮੁਕਤੀ ਹੋ ਜਾਏਗੀ, ਕਿਉਂਕਿ ਆਖਰ ਕਿਹਾ ਜਾਏਗਾ ਕਿ ਇਹ ਮੇਰਾ ਹੀ ਸੀ ਤਾਂ ਹੀ ਮੇਰੇ ਦੁਆਰ 'ਤੇ ਮਰਿਆ। ਕਿਉਂਕਿ ਜੇ ਕਿਸੇ ਹੋਰ ਦਰ ਦਾ ਹੁੰਦਾ ਤਾਂ ਹੋਰ ਦਰ ਦਾ ਕਿਹਾ ਜਾਂਦਾ, ਕਿਸੇ ਹੋਰ ਜਾਤ ਵਾਲਾ ਹੁੰਦਾ ਤਾਂ ਹੋਰ ਜਾਤ ਦਾ ਕਿਹਾ ਜਾਂਦਾ। ਇਸ ਕਰਕੇ ਜਦੋਂ ਇਹਦੀ ਜਾਤ ਹੀ ਨਹੀਂ ਰਹੀ, ਜਾਤ ਕੁੱਲ ਕੁਝ ਵੀ ਨਹੀਂ ਰਿਹਾ, ਇਹਦਾ ਮਤਲਬ ਇਹ ਪਰਮੇਸ਼ਰ ਦਾ ਸੀ ਅਤੇ ਪਰਮੇਸ਼ਰ ਦੇ ਦੁਆਰ 'ਤੇ ਮਰ ਗਿਆ ਅਤੇ ਉਹਨੂੰ ਹੀ ਪ੍ਰਵਾਨ ਕਰਨਾ ਪਏਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਤ ਹਰ ਪੁੱਛੈ ਕੌਣ ਹੈ, ਇਸ ਕਰਕੇ ਮੈਂ ਸਾਰਾ ਕੁਝ ਤਾਂ ਤਿਆਗ ਦਿੱਤਾ ਹੈ ਕਿ ਪਰਮੇਸ਼ਰ ਜਦੋਂ ਪ੍ਰਵਾਨ ਕਰਨਾ ਚਾਹੇ, ਕਿਉਂਕਿ ਉਹ ਪ੍ਰਵਾਨ ਉਦੋਂ ਹੀ ਕਰੇਗਾ ਜਦੋਂ ਅਸੀਂ ਸੰਸਾਰ ਨੂੰ ਛੱਡ ਕੇ ਉਹਦੇ ਹੋ ਜਾਵਾਂਗੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਕਿ ਪਰਮੇਸ਼ਰ ਦੀ ਕੋਈ ਜਾਤ ਨਹੀਂ ਹੈ ਤਾਂ ਉਹਦੇ ਭਗਤ ਦੀ ਕੀ ਜਾਤ ਹੋ ਸਕਦੀ। ਜੇ ਉਹਦਾ ਕੋਈ ਰੂਪ ਨਹੀਂ ਹੈ, ਉਹਦਾ ਕੋਈ ਨਗਰ ਗਾਂ ਕੋਈ ਨਹੀਂ ਹੈ, ਤਾਂ ਉਹਦੇ ਭਗਤ ਦਾ ਕੀ ਹੋ ਸਕਦਾ। ਇਹ ਕਿੱਡਾ ਵੱਡਾ ਸਮਰਪਣ ਹੈ। ਰੋਜ਼ਾਨਾ ਲੜੀਵਾਰ ਵਿਆਖਿਆ ਚੱਲ ਰਹੀ, ਤਾਂ ਰੋਜ਼ਾਨਾ ਜਿਹੜੇ ਸ਼ਲੋਕ ਦੇ ਮੈਨੂੰ ਇੱਕ ਨੁਕਤਾ ਕਥਾ ਦਾ ਇਹ ਹੁੰਦਾ ਕਿ ਇਹ ਸਰਲ ਵੀ ਰੱਖੀ ਜਾਏ ਅਤੇ ਸ਼ਰਧਾ ਵਿੱਚ ਵੀ ਰਹੇ। ਜੇ ਨਿਰੀ ਗਿਆਨ 'ਚ ਹੋ ਜਾਏ ਤਾਂ ਸਮਝ ਤੋਂ ਬਾਹਰ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਇਸ ਸ਼ਲੋਕ ਨੂੰ ਕਹਿਣਾ ਹੋਵੇ ਤਾਂ ਇੱਕ ਸ਼ਬਦ ਦੇ ਵਿੱਚ ਕਹਿ ਸਕਦੇ ਹਾਂ ਕਿ ਸਮਰਪਣ ਦਾ ਭਾਵ ਇਹ ਹੈ ਕਿ ਬੰਦਾ ਸਾਰਾ ਕੁਝ ਛੱਡ ਦੇ। ਸਾਨੂੰ ਇਹ ਵੀ ਇੱਕ ਆਪਣੇ ਜੀਵਨ ਦੇ ਵਿੱਚ ਰੁਤਬਾ ਕਮਾਉਣਾ ਚਾਹੀਦਾ ਹੈ ਕਿ ਲੋਕ ਮੈਨੂੰ ਮਾਸਟਰ, ਡਾਕਟਰ, ਅਮੀਰ, ਕਾਰੋਬਾਰੀ, ਹੋਰ ਸਾਰਾ ਕੁਝ ਜਾਣਦੇ ਨੇ, ਪਰ ਮੈਨੂੰ ਗੁਰਮੁਖ ਕਰਕੇ ਵੀ ਜਾਣਨ, ਅਤੇ ਗੁਰਮੁਖ ਕਰਕੇ ਉਦੋਂ ਜਾਣਨਗੇ ਜਦੋਂ ਗੁਰੂ ਨੂੰ ਜੀਵਨ ਭੇਟ ਕੀਤਾ ਹੋਏਗਾ। ਤਾਂ ਇਸੇ ਪ੍ਰਕਾਰ ਗੁਰੂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਤਾਂ ਇਹਦਾ ਮਤਲਬ ਸੀ ਮਰੋ ਤਾਂ ਹਰ ਕੈ ਦੁਆਰ ਦਾ ਮਤਲਬ ਹੈ ਕਿ ਪਰਮੇਸ਼ਰ ਨੂੰ ਸਮੁੱਚਾ ਜੀਵਨ ਅਰਪਣ ਕਰਕੇ ਜਿਉਣਾ। ਆਪਣੀ ਦੇਹ ਦਾ ਬਲ, ਆਪਣੀ ਸਮਝ ਸੂਝ ਦੀ ਸਿਆਣਪ, ਜਿਹੜੀ ਧਨ ਪ੍ਰਤਿਭਾ ਦੀ ਹੈ, ਸਾਰਾ ਕੁਝ ਉਹਦਾ ਸਮਝ ਕੇ ਜਿਉਣਾ ਅਤੇ ਇਸ ਤਰ੍ਹਾਂ ਦੇ ਮਰੇ ਵਾਲੀ ਹੋਂਦ ਬਣਾ ਲੈਣੀ। ਤਾਂ ਫਿਰ ਆਖਰ ਇੱਕ ਦਿਨ ਐਸਾ ਆਏਗਾ ਜਦੋਂ ਦੁਨੀਆ ਭੁੱਲ ਜਾਏਗੀ ਕਿ ਇਹ ਉਹ ਜਿਹਾ ਇਨਸਾਨ ਸੀ। ਫਿਰ ਉਹ ਸਾਨੂੰ ਪਰਮੇਸ਼ਰ ਜਿੱਡਾ ਹੀ ਚਿਤਵੇਗੀ ਅਤੇ ਅਕਾਲ ਪੁਰਖ ਜਿੱਡਾ ਹੀ ਵੱਡਾ ਕਹੇਗੀ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਅੱਜ ਦੇ 4 ਸ਼ਲੋਕਾਂ ਦੁਆਰਾ ਬਖਸ਼ਿਸ਼ ਕਰਦੇ ਹਨ ਕਿ ਮੁਕਤੀ ਦਾ ਦੁਆਰ ਜਿਹੜਾ ਬੜਾ ਬਾਰੀਕ ਕਿਹਾ ਜਾਂਦਾ ਹੈ, ਬੜਾ ਮੁਸ਼ਕਿਲ ਹੈ। ਜੇ ਮੁਕਤੀ ਦੇ ਦੁਆਰ ਤੋਂ ਨਹੀਂ ਲੰਘਣਾ ਹੈ ਤਾਂ ਸਤਿਗੁਰੂ ਦੀ ਸ਼ਰਨ ਜਾਇਆ ਜਾਵੇ,
ਸਤਿਗੁਰੂ ਸਾਨੂੰ ਐਸਾ ਗਿਆਨ ਉਪਲਬਧ ਕਰਾਉਣਗੇ ਜਿਹੜਾ ਗਿਆਨ ਸਰਵਣ ਕਰਕੇ ਮਨ ਦੀ ਸਾਧਨਾ ਕਰਨੀ ਸੌਖੀ ਹੋ ਜਾਏਗੀ ਅਤੇ ਮਨੁੱਖ ਆਪਣੇ ਮੁਕਤ ਸਰੂਪ ਨੂੰ ਪ੍ਰਾਪਤ ਹੋ ਜਾਏਗਾ। ਜਿਵੇਂ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਆਪ ਜੀ ਦੇ ਨਾਲ ਨੁਕਤਾ ਸਾਂਝਾ ਕੀਤਾ ਸੀ ਕਿ ਕਿਸੇ ਦਿਨ ਇਕਾਂਤ ਦੇ ਵਿੱਚ ਬੈਠ ਕੇ ਕੁਝ ਸਮਾਂ ਆਪਣੇ ਮਨ ਦੇ ਉੱਪਰ ਧਿਆਨ ਕੇਂਦਰਿਤ ਕਰਕੇ ਦੇਖਣਾ ਕਿ ਇਸ ਵਕਤ ਜਿਹੜਾ ਸਾਡਾ ਜੀਵਨ ਹੈ, ਇਸ ਵਕਤ ਜੀਵਨ ਕਿਹੜੇ ਕਿਹੜੇ ਬੰਧਨ ਦੇ ਵਿੱਚ ਪਿਆ ਹੋਇਆ ਹੈ, ਜਿਹੜਾ ਸ਼ੁਰੂ 'ਚ ਨਹੀਂ ਸੀ, ਜਿਹੜਾ ਹੁਣ ਬਿਲਕੁਲ ਰਹਿ ਗਿਆ। ਕਿਉਂਕਿ ਪਹਿਲਾਂ ਮੋਟੇ ਮੋਟੇ ਹੁੰਦੇ ਨੇ, ਬਾਰੀਕੀ ਵਿੱਚ ਜਾਵੇ ਤਾਂ ਫਿਰ ਜਾ ਕੇ ਮਨੁੱਖ ਮਹਿਸੂਸ ਕਰੇਗਾ। ਤਾਂ ਇਸੇ ਪ੍ਰਕਾਰ ਜਦੋਂ ਇਹ ਮਹਿਸੂਸ ਕਰਦਾ ਹੈ ਫਿਰ ਮਨੁੱਖ ਨੂੰ ਪਤਾ ਲੱਗਦਾ ਕਿ ਮੈਂ ਕਿੱਥੇ ਕੁ ਫਾਥਿਆ ਹੋਇਆ ਹਾਂ, ਤਾਂ ਮੈਨੂੰ ਕਿੰਨਾ ਕੁ ਯਤਨ ਕਰਨਾ ਪਏਗਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਜਦੋਂ ਮੁਕਤੀ ਦਾ ਦੁਆਰ ਪ੍ਰਾਪਤ ਕਰਨਾ ਹੈ ਤਾਂ ਸਾਰਾ ਕੁਝ ਛੱਡ ਦਿੱਤਾ ਜਾਵੇ। ਸਾਰਾ ਕੁਝ ਛੱਡ ਦੇਣ ਦਾ ਭਾਵ ਆਪਣੀ ਸਮਝ ਸੂਝ ਅਕਲ ਸਿਆਣਪ ਤਾਣ ਦਾ ਸਾਰਾ ਮਾਣ ਛੱਡ ਕੇ ਜਿਵੇਂ ਗੁਰੂ ਕੀ ਆਗਿਆ ਉਵੇਂ ਹੀ ਚੱਲਿਆ ਜਾਵੇ। ਫਿਰ ਸਹਿਜੇ ਰੂਪ ਦੇ ਵਿੱਚ ਜਿਹੜਾ ਜੀਵਨ ਹੈ ਉਹ ਸਵਰ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਇਸ ਕਰਕੇ ਰੋਜ਼ਾਨਾ ਸਤ ਸੰਗਤ ਦੇ ਵਿੱਚ ਜ਼ਰੂਰ ਆਇਆ ਜਾਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਜੀਵਨ ਨੂੰ ਅਧਿਆਤਮਿਕ ਅਰਥਾਂ ਦੇ ਵਿੱਚ ਸਵਾਰਦੇ ਰਹੀਏ ਅਤੇ ਗੁਰੂ ਕੀ ਕਿਰਪਾ ਦੇ ਬਖਸ਼ਿਸ਼ ਦੇ ਪਾਤਰ ਬਣਦੇ ਰਹੀਏ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ, ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।